ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵਾਂ ਜੀ, ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ, ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਤਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਦਾਸ ਸਿੱਖ ਗਨ ਸੰਗ ਲੈ, ਪਸਚਮ ਮੁਖ ਕੀਨਾ। ਗਮਨਿਓ ਮਾਰਗ ਛਿਪਰ ਕਰ, ਤ੍ਰਿਸ਼ਨਾ ਕੀਓ ਦੀਨਾ। ਦਾਸ ਸਿੱਖ ਗਨ ਸੰਗ ਲੈ, ਪਸਚਮ ਮੁਖ ਕੀਨਾ। ਗਮਨਿਓ ਮਾਰਗ ਛਿਪਰ ਕਰ, ਤ੍ਰਿਸ਼ਨਾ ਕੀਓ ਦੀਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਕਿਰਪਾ ਨਿਧ, ਦਇਆ ਮਿਹਰਾਮਤਾਂ ਦਾ ਸਾਗਰ, ਹਾਜ਼ਰਾ ਹਜੂਰ ਜਹਰਾ ਜਹੂਰ ਪਤਿਤ ਪਾਵਨ, ਭਗਤਾਂ ਦੇ ਵੱਛਲ, ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ
ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰਾਂ ਦੀ ਮਿਹਰਾਮਤ ਸਦਕਾ ਆਪਾਂ ਨਿਤਾ ਪ੍ਰਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦਾ ਸ਼ੋਭਾ ਜਸ ਵਡਿਆਈ ਕਰਦਿਆਂ ਹੋਇਆਂ ਮਨੁੱਖਾ ਜਨਮ ਦਾ ਪੂਰਾ ਲਾਹਾ ਪ੍ਰਾਪਤ ਕਰ ਰਹੇ ਹਾਂ। ਤਨ ਚੇਤਨ ਚੇਤਨ ਚੇਤ ਦਿਓ, ਨਹਿ ਭੋਗਨ ਹੇਤ ਗੋਬਿੰਦ ਦਿਓ। ਜਿਹੜਾ ਮਨੁੱਖਾ ਸਰੀਰ ਜਿਸ ਕਾਰਜ ਵਾਸਤੇ ਮਿਲਿਆ ਹੈ, ਉਹ ਖਾਲਸਾ ਜੀ ਇੱਕ ਨਾਮ ਬੋਵਹ ਬੋਵਹ ਤੋ ਸਤਿਗੁਰਾਂ ਦੇ ਘਰ ਦੀ ਸ਼ੋਭਾ ਕੀਰਤ ਵਡਿਆਈ ਉਹ ਸੰਸਾਰ ਵਿੱਚ ਦੁਰਲੱਭ ਹੈ। ਆਪ ਜੀ ਸ਼ਰਵਣ ਕਰਕੇ ਸਮੇਂ ਨੂੰ ਸਫਲਾ ਬਣਾਉਂਦੇ ਹੋ। ਜਥਾ ਪ੍ਰਸੰਗ ਆਪਾਂ ਕੱਲ ਸੁਣਨਾ ਵਿਚਾਰਨਾ ਕੀਤਾ ਹੈ ਕਿ ਚੰਦੂ ਨੇ ਬਾਦਸ਼ਾਹ ਜਹਾਂਗੀਰ ਨੂੰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਾਬਤ ਜੋ ਬਚਨ ਕਹੇ ਕਿ ਬਾਦਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਘਰ ਵਿੱਚ ਡਾਕੂ ਚੋਰ ਲੁਟੇਰਿਆਂ ਨੂੰ ਪਨਾਹ ਦਿੱਤੀ ਹੋਈ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਦੇ ਘੱਲੇ ਹੋਏ ਲੁਟੇਰੇ ਜਿਹੜੇ ਆ ਉਹ ਮਾਰ ਤਾੜ ਕਰ ਰਹੇ ਆ ਅਤੇ ਕੋਲੋਂ ਹੀ ਗੰਢ ਕੇ ਕਹਿ ਦਿੱਤਾ ਵੀ ਤੁਹਾਡੇ ਲਸ਼ਕਰ ਵਿੱਚ ਵੀ ਚੋਰੀ ਕਰਵਾ ਦਿੱਤੀ ਹੈ ਅਤੇ ਤੁਹਾਨੂੰ ਕਰਨਾ ਚਾਹੀਦਾ। ਅਤੇ ਚੰਦੂ ਦੀਆਂ ਗੱਲਾਂ ਮੰਨ ਕਰਕੇ ਬਾਦਸ਼ਾਹ ਜਹਾਂਗੀਰ ਨੇ ਸ਼ਾਹੀ ਫਰਮਾਨ ਜਾਰੀ ਕੀਤਾ ਹੈ। ਇਹ ਚੰਦੂ ਨੇ ਆਪਦਾ ਹੀ ਇੱਕ ਸੁਲੱਭੀ ਨਾਮ ਦਾ ਫੌਜਦਾਰ ਜੋ ਮਰਹੂਮ ਸੁਲਹੀ ਦਾ ਭਤੀਜਾ ਲੱਗਦਾ ਸੀ, ਉਹਨੂੰ ਇਹ ਸਾਰੀ ਜ਼ਿੰਮੇਵਾਰੀ ਦਿੱਤੀ ਤਾਂ ਕਿ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਇਹ ਸਖਤੀ ਵਰਤੇ। ਭਾਵੇਂ ਬਾਦਸ਼ਾਹ ਨੇ ਆਖਿਆ ਹੈ ਕਿ ਕੋਈ ਕਰੜਾ ਵਚਨ ਨਹੀਂ ਕਰਨਾ, ਸਿਰਫ ਜਾਇਜ਼ਾ ਲੈਣ ਜਾਣਾ ਹੈ। ਇਹ ਸੁਲੱਭੀ ਖਾਲਸਾ ਜੀ ਜਦੇ ਚੜ੍ਹ ਕੇ ਗਿਆ ਅਤੇ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਅਕਾਲ ਪੁਰਖ ਨੇ ਇਹੋ ਜਿਹੀ ਕਲਾ ਵਰਤਾਈ ਹੈ। ਕੋਈ ਇਹਦੇ ਚਾਚੇ ਦੀ ਤਨਖਾਹ ਦੇਣ ਵਾਲੀ ਸੀ ਫੌਜ ਦੀ, 500-700 ਜਰਨੈਲ ਫੌਜ ਦਾ ਸੂਰਮਾ ਸੈਯਦ ਦੀ ਕਮਾਂਡ ਹੇਠ ਇਸ ਸੁਲੱਭੀ ਦਾ ਰਾਹ ਰੋਕਿਆ। ਪੈਸਿਆਂ ਦੀ ਮੰਗ ਕੀਤੀ, ਸੁਲੱਭੀ ਟਾਲ ਮਟੋਲ ਕਰਦਾ ਰਿਹਾ। ਅਹੁਦੇ ਦਾ ਹੰਕਾਰ ਹੋਣ ਕਰਕੇ, ਚੰਦੂ ਦੇ ਨੇੜਤਾ ਹੋਣ ਕਰਕੇ ਗਾਲਾਂ ਦਿੱਤੀਆਂ ਇਹਨੇ, ਜਿਸ ਕਰਕੇ ਉਹਨਾਂ ਨੂੰ ਗੁੱਸਾ ਆਇਆ ਅਤੇ ਉਹ ਫੌਜ ਨੇ, ਸੈਯਦ ਨੇ ਸੁਲੱਭੀ ਮਾਰ ਸੁੱਟਿਆ। ਇਹਦੀ ਫੌਜ ਨੇ ਇਸ ਕਰਕੇ ਕੁਝ ਨਾ ਆਖਿਆ ਕਿਉਂਕਿ ਝੂਠਾ ਸੁਲੱਭੀ ਸਾਫ ਸੀਗਾ। ਇੱਥੇ ਮਰ ਗਿਆ ਰਸਤੇ ਵਿੱਚ ਹੀ। 12 ਕੋਹ ਤੁਰਿਆ ਜਦੋਂ, ਰਸਤੇ ਵਿੱਚ ਅੰਮ੍ਰਿਤਸਰ ਸਾਹਿਬ ਪਹੁੰਚਣ ਤੋਂ ਪਹਿਲਾਂ ਫੌਜ ਜਿਹੜੀ ਆ ਉਹ ਸਾਰੀ ਉੱਧਰ ਲਾਹੌਰ ਨੂੰ ਚਲੀ ਗਈ, ਜਿੱਥੇ ਬਾਦਸ਼ਾਹ ਜਹਾਂਗੀਰ ਅਤੇ ਚੰਦੂ ਇਹ ਠਹਿਰੇ ਹੋਏ ਸਨ। ਚੰਦੂ ਨੂੰ ਖਬਰ ਹੋਈ ਹੈ ਕਿ ਸੁਲੱਭੀ ਵੀ ਚੜ੍ਹਾਈ ਕਰ ਗਿਆ ਆਪਦੇ ਚਾਚੇ ਦੇ ਵਾਂਗਰਾਂ। ਇੰਨੇ ਨੂੰ ਸਾਧ ਸੰਗਤ ਜੀ ਪ੍ਰਿਥੀ ਚੰਦ ਨੇ ਇੱਕ ਚਿੱਠੀ ਦੇ ਕੇ ਹਲਕਾਰਾ ਭੇਜਿਆ ਲਾਹੌਰ ਚੰਦੂ ਪਾਸ, ਅਤੇ ਉਹਦੇ ਵਿੱਚ ਲਿਖਿਆ ਚਿੱਠੀ ਵਿੱਚ ਵੀ ਮੈਂ ਜਾਣਿਆ ਸੁਣਿਆ ਵੀ ਤੁਸੀਂ ਲਾਹੌਰ ਆ ਗਏ ਹੋ। ਇਹ ਚੰਦੂ ਦੀਵਾਨ, ਜੇ ਮੇਰੀ ਜ਼ਰੂਰਤ ਹੋਈ ਤਾਂ ਮੈਨੂੰ ਦੱਸਣਾ, ਮੈਂ ਪਹੁੰਚਾਂਗਾ ਜ਼ਰੂਰ। ਜੇ ਮੇਰੀ ਲੋੜ ਹੋਈ ਨਾ ਅਤੇ ਮੈਨੂੰ ਸੁਣਿਆ ਲਾ ਦਿਓ, ਮੈਂ ਜਿਵੇਂ ਆਪਾਂ ਸਕੀਮ ਬਣਾਈ ਹੋਈ ਮੁਕੱਦਮਾ ਮੈਂ ਕਰਾਂਗਾ। ਤੁਸੀਂ ਬਾਦਸ਼ਾਹ ਨੂੰ ਲਾਹੌਰ ਲੈ ਕੇ ਆਓਗੇ ਅਤੇ ਅਰਜਨ ਦੇਵ ਦੀ ਪੇਛੀ ਪਵਾਈ ਜਾਵੇ। ਉਸ ਸਾਜ਼ਿਸ਼ ਦੇ ਤਹਿਤ ਮੈਂ ਦਰਖਾਸਤ ਕਰਨ ਵਾਸਤੇ ਆ ਜਾਵਾਂਗਾ, ਤੁਸੀਂ ਕਰੋ ਬਾਦਸ਼ਾਹ ਨਾਲ ਗੱਲ। ਸੁਣ ਕੇ ਚੰਦੂ ਨੇ ਹਲਕਾਰੇ ਨੂੰ ਇੱਕ ਰਾਤ ਰਹਿਣ ਵਾਸਤੇ ਆਖਿਆ ਅਤੇ ਬਾਦਸ਼ਾਹ ਦੇ ਨਾਲ ਗੱਲਬਾਤ ਕੀਤੀ। ਬਾਦਸ਼ਾਹ ਨੂੰ ਮਨਾ ਲਿਆ ਵੀ ਪ੍ਰਿਥੀ ਚੰਦ ਤੁਹਾਡੇ ਅੱਗੇ ਫਰਿਆਦ ਕਰਨੀ ਚਾਹੁੰਦਾ ਹੈ
ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਉਹਦਾ ਝਗੜਾ ਹੈ ਤੇ ਤੁਸੀਂ ਨਿਬੇੜੋ। ਬਾਦਸ਼ਾਹ ਨਿਆਂ ਕਰਦਾ ਹੀ ਸੋਹਣਾ ਲੱਗਦਾ ਹੈ ਤੇ ਪ੍ਰਿਥੀ ਚੰਦ ਨੂੰ ਤੁਹਾਡੇ ਤੇ ਬੜੀ ਆਸ ਹੈ। ਪ੍ਰਿਥੀ ਚੰਦ ਨੂੰ ਹਲਕਾਰਾ ਭੇਜ ਦਿੱਤਾ ਚਿੱਠੀ ਦੇ ਕੇ ਚੰਦੂ ਨੇ ਵੀ ਛੇਤੀ ਦੇ ਨਾਲ ਤੂੰ ਲਾਹੌਰ ਪਹੁੰਚ, ਬਾਦਸ਼ਾਹ ਜਹਾਂਗੀਰ ਨੂੰ ਮੈਂ ਮਨਾ ਲਿਆ। ਆ ਕੇ ਗੁਰੂ ਅਰਜਨ ਦੇਵ ਸਾਹਿਬ ਤੇ ਮੁਕੱਦਮਾ ਕਰ, ਤੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਦੀ ਪੇਛੀ ਹੋਵੇਗੀ, ਦਰਬਾਰ ਵਿੱਚ ਆਮਦ ਹੋਵੇਗੀ, ਇੱਥੇ ਕੈਦ ਕਰ ਲਵਾਂਗੇ, ਫਿਰ ਆਪਾਂ ਛੱਡਣਾ ਨਹੀਂ। ਪ੍ਰਿਥੀ ਚੰਦ ਨੂੰ ਚਿੱਠੀ ਮਿਲੀ। ਖਾਲਸਾ ਜੀ ਬੜੀ ਖੁਸ਼ੀ ਦੇ ਨਾਲ ਕੁਝ ਕੁ ਆਪਦੇ ਸਿੱਖ ਚੇਲੇ ਲੈ ਕਰਕੇ ਲਾਹੌਰ ਨੂੰ ਚੜ੍ਹਨ ਲੱਗਾ ਹੈ। ਇਹਦੀ ਪਤਨੀ ਬੀਬੀ ਕਰਮੋਂ ਰੋਕਦੀ ਹੈ, ਪਤੀ ਜੀ ਤੁਸੀਂ ਬੜੀ ਵਾਰ ਇਸ ਤਰ੍ਹਾਂ ਗਏ ਹੋ, ਪਰ ਅੱਜ ਮੇਰਾ ਮਨ ਘਬਰਾ ਰਿਹਾ ਹੈ। ਖੌਰੇ ਕੀ ਕਾਰਨ ਹੈ, ਮੇਰਾ ਮਨ ਨਹੀਂ ਮੰਨਦਾ, ਤੁਸੀਂ ਨਾ ਜਾਓ, ਛੱਡੋ ਖਹਿੜਾ ਗੁਰਤਾ ਦਾ, ਜਿੰਨੀ ਕੁ ਰੋਟੀ ਮਿਲੀ ਹੈ, ਸਿੱਖੀ ਸੇਵਕੀ ਹੈ, ਗੁਜ਼ਾਰਾ ਕਰੀ ਜਾਂਦੇ ਹਾਂ, ਵਧੀਆ ਸੋਹਣੀ ਰੋਟੀ ਖਾਂਦੇ ਹਾਂ। ਜੇ ਕਿਤੇ ਬਾਦਸ਼ਾਹ ਦੇ ਦਰਬਾਰ ਵਿੱਚ ਤੁਸੀਂ ਝੂਠੇ ਪੈ ਗਏ ਤੇ ਤੁਰਕਾਂ ਤੁਹਾਨੂੰ ਛੱਡਣਾ ਨਹੀਂ, ਉਲਟਾ ਸ਼ਰੀਕਾਂ ਵਿੱਚ ਬੜੀ ਤੋਹੀਨ ਹੋਵੇਗੀ। ਅੱਗੇ ਹੀ ਆਪਣੀ ਬੜੀ ਇੱਜ਼ਤ ਪੱਤ ਰੁਲ ਚੁੱਕੀ ਹੈ। ਇਹਨੇ ਸਾਧ ਸੰਗਤ ਜੀ ਆਪਣੀ ਪਤਨੀ ਕਰਮੋਂ ਦੀ ਇੱਕ ਨਾ ਮੰਨੀ। ਆਖਿਆ ਨਹੀਂ ਹੁਣ ਚੰਦੂ ਮੇਰੇ ਨਾਲ, ਇਹੋ ਜਿਹਾ ਮੌਕਾ ਕਿਤੇ ਦੁਬਾਰਾ ਲੱਭਣਾ। ਮੈਂ ਤਾਂ ਬੁੱਢਾ ਹੋ ਗਿਆ, ਜਿਵੇਂ ਕਿਵੇਂ ਆਪਦੀ ਉਮਰ ਕੱਢ ਲਈ ਹੈ, ਪਰ ਹੁਣ ਮੈਂ ਆਪਣੇ ਪੁੱਤਰ ਮਿਹਰਵਾਨ ਨੂੰ ਜ਼ਰੂਰ ਗੁਰਤਾ ਗੱਦੀ ਦਿਵਾਵਾਂਗਾ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਗੱਲਾਂ ਕਰਦਾ ਆਪਣੀ ਪਤਨੀ ਨਾਲ, ਤੇ ਫਿਰ ਜਿਵੇਂ ਚੜ੍ਹ ਕੇ ਲਾਹੌਰ ਨੂੰ ਜਾਂਦਾ ਹੈ। ਰਸਤੇ ਵਿੱਚ ਜਿਵੇਂ ਪ੍ਰਿਥੀ ਚੰਦ ਵੀ ਚੜ੍ਹਾਈ ਕਰ ਜਾਵੇਗਾ। ਇਹ ਪ੍ਰਸੰਗ ਜਿਵੇਂ ਕਵੀ ਦੀਆਂ ਸੁਚੱਜੇ ਢੰਗ ਨਾਲ ਲਿਖਣਾ ਕੀਤਾ ਹੈ। ਚਿੱਤ ਬਿਰਤੀ ਇਕਾਗਰ ਕਰੀਏ ਜੀ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਹਿਰਦੇ ਵਸਾਓ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਾਸ ਸਿੱਖ ਗਨ ਸੰਗ ਲੈ। ਤੋ ਇਥੋਂ ਲੈ ਕਰਕੇ ਸਾਧ ਸੰਗਤ ਜੀ ਕੋ 5-10 ਆਪਣੇ ਚੇਲੇ ਸਿੱਖਾਂ ਨੂੰ ਪ੍ਰਿਥੀ ਚੰਦ ਗੁਰੂ ਕੇ ਕੋਠੇ ਤੋਂ ਪਸਚਮ ਮੁਖ ਕੀਨਾ ਤੇ ਲਾਹੌਰ ਵੱਲ ਨੂੰ ਮੂੰਹ ਕਰ ਲਿਆ, ਘੋੜੇ ਤੇ ਚੜ੍ਹ ਬੈਠਾ ਹੈ। ਗਮਨਿਓ ਮਾਰਗ ਛਿਪਰ ਕਰ ਤੇ ਕਾਹਲੀ ਕਰਕੇ ਵੀ ਹੁਣ ਮੇਰਾ ਮੁਕੱਦਮਾ ਲੱਗ ਜਾਣਾ, ਮੈਨੂੰ ਗੁਰਤਾ ਮਿਲ ਜਾਵੇਗੀ। ਬਾਦਸ਼ਾਹ ਲਾਹੌਰ ਆਇਆ ਬੜੇ ਸਮੇਂ ਬਾਅਦ, ਤੇ ਕਾਹਲੀ ਦੇ ਨਾਲ ਲਾਹੌਰ ਨੂੰ ਜਾਣ ਦਾ ਤੇਜਾ ਕਰ ਰਿਹਾ ਹੈ, ਪੈਂਡਾ ਕੱਢ ਰਿਹਾ ਹੈ। ਤ੍ਰਿਸ਼ਨਾ ਕੀਓ ਦੀਨਾ। ਕਵੀ ਜੀ ਕਹਿੰਦੇ ਪ੍ਰਿਥੀ ਚੰਦ ਦੇ ਮਨ ਵਿੱਚ ਬਹੁਤ ਭਾਰੀ ਤ੍ਰਿਸ਼ਨਾ ਹੋ ਚੁੱਕੀ ਹੈ, ਤ੍ਰਿਸ਼ਨਾ ਲਾਲਚ ਦੇ ਵਸ ਹੋ ਗਿਆ ਹੈ। ਨਿਸ ਬਿਸਰਾਮ ਮਹਿ ਦਿਨ ਚੱਲੈ। ਰਾਤ ਨੂੰ ਰੁਕ ਜਾਂਦਾ ਹੈ, ਵਿਸ਼ਰਾਮ ਕਰਦਾ ਹੈ, ਜਦੋਂ ਦਿਨ ਚੜ੍ਹਦਾ ਫਿਰ ਪੈਂਡਾ ਤੈਅ ਕਰਦਾ ਹੈ। ਦਿਨ ਥੋਰਨ ਮਾਹੂ ਤੇ ਥੋੜਿਆਂ ਕੁ ਦਿਨਾਂ ਦੇ ਵਿੱਚ ਗੁਰੂ ਕੇ ਕੋਠੇ ਮਾਲਵੇ ਤੋਂ ਤੁਰ ਕਰਕੇ ਚੱਲ ਕਰਕੇ ਪਹੁੰਚਿਓ ਤਰਨ ਤਾਰਨ ਨਿਕਟ। ਤਰਨ ਤਾਰਨ ਸਾਹਿਬ ਜਿੱਥੇ ਸਥਾਨ ਹੈ ਨਾ, ਇੱਥੇ ਇਹਦੇ ਲਾਗੇ ਪ੍ਰਿਥੀ ਚੰਦ ਆਪਣੇ ਬੰਦਿਆਂ ਦੇ ਨਾਲ ਪਹੁੰਚ ਗਿਆ ਹੈ। ਬੋਲੇ ਨਰ ਪਾਹੂ ਤੇ ਜਿਹੜੇ ਦੇ ਨਾਲ ਦੇ ਮਨੁੱਖ ਹੈ ਪ੍ਰਿਥੀ ਚੰਦ ਦੇ, ਇਹਦੇ ਸਿੱਖ ਸੇਵਕ ਨਾਲ ਜਿਹੜੇ ਆਏ ਆ ਨਾ, ਉਹ ਪ੍ਰਿਥੀ ਚੰਦ ਨੂੰ ਇੱਕ ਕਹਿੰਦਾ ਹੈ, ਗੁਰੂ ਰਚਿਓ ਤੀਰਥ ਮਹਾ। ਵੀ ਆ ਵੇਖੋ ਗੁਰੂ ਅਰਜਨ ਦੇਵ ਸਾਹਿਬ ਨੇ ਕਿੱਡਾ ਸੋਹਣਾ ਤੀਰਥ ਰਚਿਆ, ਕਿਉਂਕਿ ਤਰਨ ਤਾਰਨ ਸਾਹਿਬ ਸਰੋਵਰ ਬਣ ਚੁੱਕਾ ਸੀ, ਪੱਕਾ ਭਾਵੇਂ ਨਹੀਂ ਹੋਇਆ ਸੀ, ਇੱਕ ਬਾਹੀ ਪੂਰਬ ਦੀ ਪੱਕੀ ਹੋਈ ਸੀ, ਕੁਝ ਕੁ ਤੀਰਥ ਬਣਿਆ ਹੋਇਆ ਸੀਗਾ, ਉਹ ਤੁਸੀਂ ਪਿੱਛੇ ਪ੍ਰਸੰਗ ਸੁਣਿਆ ਹੀ ਹੈ। ਪ੍ਰਿਥੀ ਚੰਦ ਦੇ ਨਾਲ ਦਾ ਇੱਕ ਕਹਿੰਦਾ ਕਿ ਵੇਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਮਹਾਨ ਤੀਰਥ ਬਣਾਇਆ ਹੈ, ਮੱਜਨ ਕਰ ਲੀਜੈ। ਤੇ ਗਰਮੀ ਬਹੁਤ ਹੈ, ਚਲੋ ਆਪਾਂ ਸਾਰੇ ਪ੍ਰਿਥੀ ਚੰਦ ਜੀ ਇੱਥੇ ਇਸ਼ਨਾਨ ਪਾਣੀ ਕਰ ਲਈਏ, ਥੋੜੀ ਠੰਡ ਪੈ ਜਾਵੇਗੀ। ਚੱਲ ਡੇਰਾ ਆਗੇ ਕਰੈ। ਤੇ ਡੇਰਾ ਮੁੜ ਕੇ ਅੱਗੇ ਜਾ ਕੇ ਕਰ ਲਵਾਂਗੇ, ਇੱਥੇ ਇਸ਼ਨਾਨ ਪਾਣੀ ਲੰਘਦੇ ਹੋਏ ਕਰ ਲਈਏ, ਸਰੀਰ ਤਪਿਆ ਹੋਇਆ ਠੰਡ ਪੈ ਜਾਵੇਗੀ। ਨਿਸ ਪਰੀ ਲਖੀਜੈ। ਤੇ ਜਿੱਥੇ ਰਾਤ ਪਈ ਜਾਣਾਂਗੇ
ਉਥੇ ਜਾ ਕਰਕੇ ਰਸਤੇ 'ਚ ਕਿਤੇ ਡੇਰਾ ਕਰ ਲਵਾਂਗੇ, ਰੁਕ ਜਾਵਾਂਗੇ। ਚੱਲੋ ਕੋਸ ਬਹੁ ਸ਼ਰਮਤ ਹੈ। ਕਿਉਂਕਿ ਚੱਲੇ ਕੋਸ ਬੜੇ ਕੋਹ ਚੱਲ ਕੇ ਆਏ ਆ ਆਪਾਂ ਮਾਲਵੇ ਤੋਂ ਤੁਰਦਿਆਂ ਹੋਇਆਂ, ਤੇ ਬਹੁਤ ਸਰੀਰ ਸਾਰਿਆਂ ਦੇ ਥੱਕ ਚੁੱਕੇ ਹਨ। ਕਰ ਲੈ ਬਿਸਰਾਮੂ। ਤੇ ਪ੍ਰਿਥੀ ਚੰਦ ਜੀ, ਮੈਂ ਕਹਿਣਾ ਇੱਕ ਸਿੱਖ ਕਹਿੰਦਾ ਪ੍ਰਿਥੀ ਚੰਦ ਦਾ ਕਿ ਬਾਬਾ ਜੀ ਕਿਉਂ ਨਾ ਆਪਾਂ ਇੱਥੇ 2-4 ਘੜੀ ਆਰਾਮ ਕਰ ਲਈਏ ਇਸ਼ਨਾਨ ਕਰਕੇ। ਸੁਣ ਪ੍ਰਿਥਿਆ ਰਿਸ ਕਰ ਤੇ ਕਹੈ। ਪ੍ਰਿਥੀ ਚੰਦ ਜਿਹੜਾ ਉਹਨੂੰ ਗੁੱਸਾ ਲੱਗਿਆ ਵੀ ਇਹਨਾਂ ਨੇ ਕਿਉਂ ਆਖਿਆ ਵੀ ਗੁਰੂ ਅਰਜਨ ਦੇਵ ਨੇ ਕਿੱਡਾ ਸੋਹਣਾ ਤੀਰਥ ਬਣਾਇਆ। ਸੁਣ ਕੇ ਤੇ ਮੱਥੇ ਵੱਟ ਪਾ ਕੇ ਬੋਲਿਆ ਹੈ, ਜਿਸ ਕੋ ਮਨ ਬਾਮੂ। ਕਹਿੰਦਾ ਪ੍ਰਿਥੀ ਚੰਦ ਜੀ ਦਾ ਮਨ ਟੇਢਾ ਹੈ, ਕਿਉਂਕਿ ਆਪ ਮਨ ਦਾ ਖੋਟਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਬਤ ਇਉਂ ਕਹਿਣ ਲੱਗਿਆ ਹੈ, ਇਹ ਛਪੜੀ ਤੀਰਥ ਨਹੀਂ। ਉਹ ਕਹਿੰਦੇ ਕਾਹਦਾ ਤੀਰਥ ਹੈ? ਤੀਰਥ ਥੋੜਾ ਹੈ ਤਾਂ ਛੱਪੜ ਹੈ। ਛੱਪੜ ਤਰਨ ਤਾਰਨ ਦੇ ਪਾਵਨ ਤੀਰਥ ਸਰੋਵਰ ਨੂੰ ਨਾ ਹੈ ਤਾਂ ਪ੍ਰਿਥੀ ਚੰਦ ਆਪਦਾ ਮਨ ਕਬੁੱਧਾ ਟੇਢਾ ਮੈਲ ਹੈ। ਕਹਿੰਦਾ ਕਿ ਇਹ ਕਿਹੜਾ ਤੀਰਥ ਬਣਾਇਆ ਇੱਥੇ, ਇਹ ਤਾਂ ਛੱਪੜੀ ਜਾਣਨਾ ਕਰੋ। ਫਲ ਕਹਾਂ ਨਹਾਏ। ਤੇ ਕਦੇ ਛੱਪੜਾਂ ਵਿੱਚ ਨਹਾਇਆ ਵੀ ਫਲ ਮਿਲਿਆ ਹੈ ਨਹੀਂ ਗੁਰੂ ਕੋ ਰਚਤ ਥਲ। ਇਹ ਨਹੀਂ ਕਿਸੇ ਗੁਰੂ ਦਾ ਬਣਾਇਆ ਹੋਇਆ ਥਲ ਥੋੜਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰੂ ਨਹੀਂ ਨਾ ਜਾਣਦਾ ਹੈ। ਕਹਿੰਦਾ ਇਹ ਕਿਸੇ ਗੁਰੂ ਦਾ ਬਣਾਇਆ ਹੋਇਆ ਸਥਾਨ ਨਹੀਂ ਹੈ। ਕਛ ਪੂਰ ਨ ਪਾਏ। ਤੇ ਇੱਥੇ ਕਿਸੇ ਦੀ ਪੂਰੀ ਨਹੀਂ ਪੈਣੀ। ਇਹ ਕਿਹੜਾ ਕਿਸੇ ਪੂਰੇ ਸੂਰੇ ਗੁਰੂ ਦਾ ਬਣਾਇਆ ਹੋਇਆ ਤੀਰਥ ਹੈ। ਅੰਮ੍ਰਿਤਸਰ ਬਣਾਇਆ ਨਾ ਮੇਰੇ ਪਿਤਾ ਗੁਰੂ ਰਾਮਦਾਸ ਸਾਹਿਬ ਨੇ, ਉੱਥੇ ਤਾਂ ਸੰਗਤਾਂ ਦੀ ਪੂਰੀ ਪੈਂਦੀ ਹੈ। ਇੱਥੇ ਇਹ ਪੂਰੇ ਗੁਰੂ ਦਾ ਤੀਰਥ ਬਣਾਇਆ ਨਹੀਂ। ਇਹ ਛੱਪੜ ਵਿੱਚ ਨਹਾ ਕੇ ਕਿਸੇ ਦੀ ਮਨ ਦੀ ਪੂਰੀ ਨਹੀਂ ਪੈਣੀ ਹੈ। ਤੁਰਕਨ ਚੀਨ ਪਚਾਇਨ। ਬਾਕੀ ਤੁਸੀਂ ਪਿੱਛੇ ਵੇਖਿਆ ਹੀ ਹੈ, ਆ ਜਦੋਂ ਇੱਥੇ ਬਣਦਾ ਸੀ ਤੀਰਥ ਆਵੇ ਲੱਗੇ ਸੀ ਤੇ ਤੁਰਕਾਂ ਨੇ ਇੱਟਾਂ ਚੁੱਕ ਲਈਆਂ ਸਨ। ਉਹ ਸਾਰੇ ਪਚਾਵੇ ਜੇ ਢੋ ਲਏ ਸਨ। ਰਚਬੇ ਨਹਿ ਦੀਨੋ। ਤੇ ਗੁਰੂ ਅਰਜਨ ਦੇਵ ਨੂੰ ਇਹ ਤੀਰਥ ਨਹੀਂ ਸੀ ਰਚਣ ਦਿੱਤਾ, ਤਾਂ ਕਰਕੇ ਵਿੱਚ ਹੀ ਖੜਾ ਹੋਇਆ, ਅੱਧਾ ਖੂਹ ਬਣਿਆ ਹੈ। ਚੱਲੋ ਅਗਾਰੀ ਦੇਖੀਆ ਹੈ। ਜੇ ਤੀਰਥ ਵੇਖਣਾ ਤੇ ਅਗਾਂਹ ਚੱਲੋ, ਤੁਹਾਨੂੰ ਅਸਲੀ ਤੀਰਥ ਵਿਖਾਈਏ। ਤੀਰਥ ਕੀ ਹੁੰਦਾ ਹੈ? ਤੀਰਥ ਹਮ ਕੀਨੋ। ਤੀਰਥ ਜਿਹੜਾ ਨਾ ਸਰੋਵਰ ਤਾਂ ਮਹਾਨ ਤੀਰਥ ਤਾਂ ਐ ਬਣਾਇਆ ਘੁਮਿਆਰੀ ਆਪਦਾ ਭਾਂਡਾ ਸਲਾਉਂਦੀ ਨਾ ਜਿਸ ਤਰ੍ਹਾਂ। ਕਹਿੰਦਾ ਤੀਰਥ ਕਿਹੜਾ ਤਾਂ ਛੱਪੜ ਹੈ। ਤੀਰਥ ਤਾਂ ਮੇਰੇ ਸਹੁਰੇ ਨਗਰ ਹੇਰ ਪਿੰਡ ਵਿੱਚ ਜਿਹੜਾ ਮੈਂ ਬਣਾਇਆ ਉਹ ਤੀਰਥ ਵੇਖੋ ਕਿਤੇ ਜਾ ਕੇ। ਉਸ ਤਰ੍ਹਾਂ ਪਏ ਸਾਧ ਸੰਗਤ ਜੀ ਉਹਦੇ 'ਚ ਕੀੜੇ ਹੋਏ ਸਨ। ਤੇ ਕਹਿੰਦਾ ਮੇਰਾ ਬਣਾਇਆ ਤੀਰਥ ਵੇਖੋ ਜੇ ਵੇਖਣਾ ਹੈ। ਤਾਹਾਂ ਕਰਹਿ ਬਿਸਰਾਮ ਕੋ। ਆਪਾਂ ਲਾਹੌਰ ਤੋਂ ਪਹਿਲਾਂ ਉੱਥੇ ਪਹੁੰਚ ਕੇ ਨਾ ਹੇਰ ਪਿੰਡ ਮੇਰੇ ਬਣਾਏ ਤੀਰਥ ਵਿੱਚ ਇਸ਼ਨਾਨ ਪਾਣ ਕਰਾਂਗੇ। ਉੱਥੇ ਜਾ ਕੇ ਤੁਸੀਂ ਵਿਸ਼ਰਾਮ ਕਰ ਲਿਆ ਜੇ। ਸ਼ਰਮ ਸਭ ਨਿਰਵਾਰੈ। ਉੱਥੇ ਉਹ ਤੀਰਥ ਮਹਾਨ ਹੈ, ਤੁਹਾਡੀ ਸਾਰੀ ਦੁੱਖ ਤਕਲੀਫਾਂ ਦੂਰ, ਥਕਾਵਟ ਹੋ ਜਾਵੇਗੀ। ਭਲੇ ਅਸੂਦੇ ਹੋਏ ਹੈ। ਉੱਥੇ ਜਾ ਕਰਕੇ ਚਲੋ ਚੰਗੀ ਤਰ੍ਹਾਂ ਸੁਖੀ ਹੋ ਜਾਇਆ ਜੇ। ਤੋ ਇਸ਼ਨਾਨ ਪਾਣ ਕਰਕੇ ਛਕ ਛਕਾ ਕੇ ਲੰਗਰ ਪ੍ਰਸ਼ਾਦਾ ਸੁਖ ਮਾਣ ਲੈਣਾ। ਦਿਨ ਦੋਏ ਤ੍ਰੈ ਟਾਰੈ। ਤੇ 2-3 ਦਿਨ ਆਪਾਂ ਰਲ ਕੇ ਉੱਥੇ ਹੀ ਰਹਿ ਲਵਾਂਗੇ। ਬਿਨ ਹੇਰੇ ਗੁਰ ਥਾਨ ਕੋ। ਤੋ ਕਵੀ ਜੀ ਕਹਿੰਦੇ ਮਾੜੀ ਮੱਤ ਵਾਲਾ ਤਰਨ ਤਾਰਨ ਸਾਹਿਬ ਦੇ ਏਡੇ ਮੁਕੱਦਸ ਸਥਾਨ ਨੂੰ ਨਾ ਆਪ ਦਰਸ਼ਨ ਕੀਤੇ ਤੇ ਨਾ ਨਾਲਦਿਆਂ ਨੂੰ ਕਰਨ ਦਿੱਤੇ ਐ। ਚੱਲ ਜਾਤ ਅਗਾਰੀ। ਤੇ ਇਹ ਤੀਰਥ ਛੱਡ ਕੇ ਏਡਾ ਸੁੰਦਰ ਤੇ ਇਸ਼ਨਾਨ ਵੀ ਨਾ ਕਰਨ ਦਿੱਤਾ, ਜਲ ਵੀ ਨਾ ਛਕਣ ਦਿੱਤਾ, ਛੱਡ ਕੇ ਤਰਨ ਤਾਰਨ ਸਾਹਿਬ ਦੇ ਪਾਵਨ ਸਥਾਨ ਨੂੰ ਤੇ ਲਾਹੌਰ ਵੱਲ ਨੂੰ ਤੁਰ ਪਿਆ ਹੈ। ਜਾਏ ਪਹੁੰਚਿਓ ਹੇ ਹਰੀ। ਹੇਹਰ ਪਿੰਡ ਵਿੱਚ ਜਾ ਪਹੁੰਚਿਆ ਹੈ। ਲਾਹੌਰ ਦੇ ਲਾਗੇ ਹੁਣ ਇਸ ਸਮੇਂ ਪਾਕਿਸਤਾਨ ਵਿੱਚ ਹੈ। ਉਤਰਿਓ ਮੁਦ ਪਾਰੀ। ਤੇ ਬੜੇ ਆਨੰਦ ਸਹਿਤ ਆਪਦੇ ਬਣਾਏ ਹੋਏ ਹਰਮੰਦਰ ਸਾਹਿਬ ਵਰਗਾ ਸਾਧ ਸੰਗਤ ਜੀ ਇਹਨੇ ਤੀਰਥ ਬਣਾਇਆ ਸੀ ਵੀ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਮਹਿਮਾ ਘਟਾਉਣ ਵਾਸਤੇ। ਵਿਚਕਾਰ ਉਵੇਂ ਹੀ ਸੁੰਦਰ ਮਹਿਲ ਬਣਾਇਆ, ਹਰਮੰਦਰ ਬਣਵਾਇਆ, ਸਰੋਵਰ ਖਦਵਾਇਆ ਤੇ ਉਸੇ ਤਰ੍ਹਾਂ ਹੀ ਪੁਲ ਵੀ ਬਣਵਾਇਆ। ਸਾਰਾ ਕੁਝ ਇਹਨੇ ਬਿਨ ਹਰਮੰਦਰ ਸਾਹਿਬ ਵਾਂਗੂ ਬਣਵਾਇਆ ਸੀ ਇਹਨੇ। ਤੋ ਕਹਿੰਦਾ ਕਿ ਚਲੋ ਇਹ ਲੈ ਗਿਆ ਸਤ ਸੰਗਤ ਜੀ ਜਾ ਕਰਕੇ ਹੇਹਰ ਉਤਰੇ ਐ। ਬਹੁਤ ਖੁਸ਼ ਹੁੰਦਾ ਜਿਹੜਾ ਪ੍ਰਿਥੀਆ ਹੈ। ਸਿੱਖਣ ਕੋ ਉਪਦੇਸ਼ ਤੋ। ਤੇ ਹੁਣ ਗੁਰੂ ਬਣ ਕੇ ਤੇ ਆਪਦੇ ਨਾਲ ਦੇ ਸਿੱਖਾਂ ਨੂੰ ਉਪਦੇਸ਼ ਦੇਣ ਲੱਗ ਪਿਆ ਹੈ। ਇਹ ਤੀਰਥ ਆਛੋ। ਕਹਿੰਦੇ ਲਓ ਵੇਖੋ ਤੀਰਥ ਵੇਖਣਾ ਤੇ ਆਹ ਤੀਰਥ ਵੇਖੋ, ਕਰੋ ਇਹਦੇ ਦਰਸ਼ਨ ਇਸ਼ਨਾਨ।
ਦੁਨੀਆ ਦੇ 68 ਤੀਰਥਾਂ ਤੋਂ ਸਾਰਿਆਂ ਤੋਂ ਵੱਡਾ ਤੀਰਥ ਹੈ। ਮੱਝਾ ਸ਼ਰਧਾ ਧਾਰ ਕਰ ਤੇ ਜੇ ਇਹਦੇ ਵਿੱਚ ਸ਼ਰਧਾ ਮਨ ਵਿੱਚ ਰੱਖ ਕੇ ਇਸ਼ਨਾਨ ਕਰੋਗੇ, ਪ੍ਰਾਪਤ ਜੋ ਬਾਛੋ ਜੋ ਮੰਗੋਗੇ ਤੁਹਾਨੂੰ ਉਹੀ ਪ੍ਰਾਪਤ ਹੋਵੇਗਾ। ਵਿਸਰਾਮ ਮਹਾਸ਼ਰਮ ਪਰ ਹਰਹਾ ਤੇ ਵਿਸ਼ਰਾਮ ਕਰੋ ਇਸ਼ਨਾਨ ਪਾਣੀ ਕਰਕੇ, ਇੱਥੇ ਆਪਣੀ ਥਕਾਵਟ ਦੂਰ ਕਰ ਲਓ, 2 ਘੜੀ ਵਿਸ਼ਰਾਮ ਕਰ ਲਵੋ ਪੁਨ ਲਵ ਪੁਰ ਚਾਲੈ ਤੇ ਥਕਾਵਟ ਉਤਾਰ ਕੇ ਫਿਰ ਆਪਾਂ ਇੱਥੋਂ ਲਾਹੌਰ ਜਾਵਾਂਗੇ। ਖਾਨ ਪਾਨ ਕੀਨਸ ਪੁਨ ਹੈ। ਇਸ ਤਰ੍ਹਾਂ ਸਾਧ ਸੰਗਤ ਦੀ ਇਸ਼ਨਾਨ ਕੀਤਾ ਸਾਰਿਆਂ ਨੇ ਤੇ ਫਿਰ ਇੱਥੇ ਪ੍ਰਸ਼ਾਦਾ ਪਾਣੀ ਰਲ ਮਿਲ ਕੇ ਪਕਾਇਆ ਛਕਿਆ ਹੈ। ਕਰ ਸਵਾਦ ਵਿਸਾਲੈ ਬੜੇ ਆਨੰਦ ਦੇ ਸਹਿਤ। ਨਿਸਾ ਪਰੀ ਸੁਪਤੇ ਪੁਨ ਹੈ। ਰਾਤ ਪੈ ਗਈ ਹੈ। ਸਭ ਜਿਹੜੇ ਨਾਲ ਦੇ ਆਏ ਹੋਏ ਇੱਥੇ ਹੀ ਪ੍ਰਿਥੀ ਚੰਦ ਦੇ ਬਣਾਏ ਗੁਰੂ ਘਰ ਵਿੱਚ ਬਿਰਾਜ ਗਏ ਹਨ। ਉਠ ਪ੍ਰਾਤ ਨਹਾਏ ਵੱਡੀ ਤੜਕੇ ਉੱਠ ਕੇ ਇਸ਼ਨਾਨ ਪਾਣੀ ਕਰ ਲਿਆ ਹੈ। ਕਰਿਓ ਕਰਾਹੋ ਵਰਤਾਏ ਕੈ ਪ੍ਰਿਥੀ ਚੰਦ ਨੇ ਬਹੁਤ ਪੰਚਮ ਕੜਾ ਪ੍ਰਸ਼ਾਦੀ ਦੇਗ ਬਣਵਾ ਕੇ ਤੇ ਵਰਤਾ ਦਿੱਤੀ ਸੰਗਤ ਵਿੱਚ। ਹਰਖਤ ਹੀ ਅਖਾਏ ਸਾਰੇ ਛਕਦੇ ਕੜਾ ਪ੍ਰਸ਼ਾਦੀ ਦੇਗ। ਨਾਲੇ ਪ੍ਰਿਥੀਆ ਬੜਾ ਖੁਸ਼ ਹੁੰਦਾ ਕਿਉਂਕਿ ਆਪਦੇ ਆਪ ਨੂੰ ਜਾਣਦਾ ਵੀ ਹੁਣ ਥੋੜੇ ਸਮੇਂ ਤੱਕ ਜਿਵੇਂ ਇੱਥੇ ਕੜਾਹ ਪ੍ਰਸ਼ਾਦੀਆਂ ਦੇਗਾਂ ਹੁੰਦੀਆਂ, ਮੇਰੇ ਸਨਮੁਖ ਅਰਦਾਸਾਂ ਹੁੰਦੀਆਂ, ਇਸੇ ਤਰ੍ਹਾਂ ਹੁਣ ਅੰਮ੍ਰਿਤਸਰ ਵੀ ਹੋਇਆ ਕਰਨਗੀਆਂ, ਮੈਨੂੰ ਗੁਰਤਾ ਮਿਲ ਜਾਣੀ ਹੈ। 3 ਦਿਵਸ ਬੀਤੇ ਬਸਤ। ਉਹ ਕਵੀ ਜੀ ਕਹਿੰਦੇ 3 ਦਿਨ ਜਿਹੜਾ ਨਾ ਪ੍ਰਿਥੀ ਚੰਦ ਆਪਦੇ ਸਿੱਖਾਂ ਚੇਲਿਆਂ ਦੇ ਨਾਲ ਹੇਰੀ ਰਹਿ ਗਿਆ ਹੈ। ਕਹਿ ਸੰਧਿਆ ਕਾਲਾ ਤੇ ਇੱਥੇ ਜਦੋਂ ਸੰਧਿਆ ਦਾ ਸਮਾਂ ਹੁੰਦਾ ਹੈ, ਚੱਲਹਿ ਕਾਲ ਕੋ ਲਵਪੁਰੀ। ਤੀਜੇ ਦਿਨ ਜਦੋਂ ਸ਼ਾਮ ਜੀ ਹੋਈ ਤੇ ਲਾਹੌਰ ਵਾਲੇ ਪਾਸੇ ਨੂੰ ਜਾਣ ਦੀ ਇੱਛਾ ਕੀਤੀ ਹੈ। ਹੋਏ ਕਾਜ ਵਿਸਾਲਾ ਕਹਿੰਦਾ ਚਲੋ ਚੱਲੀਏ ਲਾਹੌਰ ਨੂੰ, ਮੇਰਾ ਕੰਮ ਜਿਹੜਾ ਉਹ ਵਿੱਚ ਨਾ ਰਹਿ ਜਾਵੇ ਕਿਤੇ, ਚੰਦੂ ਮੈਨੂੰ ਉਡੀਕ ਰਿਹਾ ਹੈ। ਚੰਦੂ ਕਰਹਿ ਪ੍ਰਤੀਖਨਾ ਚੰਦੂ ਮੇਰੀ ਬੜੇ ਦਿਨਾਂ ਦੀ ਉਡੀਕ ਕਰ ਰਿਹਾ, ਬਾਦਸ਼ਾਹ ਵੀ ਆਇਆ ਹੈ। ਇੱਕ ਸਿੱਖ ਮਿਲ ਆਇਆ ਮੇਰਾ ਇੱਕ ਸਿੱਖ ਚੰਦੂ ਨੂੰ ਮਿਲ ਕੇ ਆਇਆ, ਕਿਉਂਕਿ ਇੱਕ ਜਣਾ ਨੇ ਪਹਿਲਾਂ ਹੀ ਚੰਦੂ ਕੋਲ ਭੇਜ ਦਿੱਤਾ ਸੀ ਵੀ ਜਾ ਕੇ ਪਤਾ ਕਰ ਮੈਂ ਕਦੋਂ ਕੋ ਆਵਾਂ। ਉਹਨੇ ਆ ਕੇ ਸੁਨੇਹਾ ਦੇ ਦਿੱਤਾ ਵੀ ਪ੍ਰਿਥੀ ਚੰਦ ਜੀ ਹੁਣ ਤੁਸੀਂ ਆ ਜਾਓ, ਚਲੋ ਚੱਲੀਏ। ਚੰਦੂ ਨੇ ਸੱਦ ਦਿੱਤਾ, ਸੱਦਾ ਭੇਜਿਆ ਤੇ ਉਸ ਤਰ੍ਹਾਂ ਹੀਰ ਪਿੰਡ ਹੈ ਲਾਹੌਰ ਦੇ ਲਾਗੇ ਹੀ ਹੈ। ਇਸ ਤਰ੍ਹਾਂ ਕਹਿੰਦਾ ਆਪਦੇ ਨਾਲਦਿਆਂ ਨੂੰ ਚੱਲੋ ਆਪਾਂ ਹੁਣ ਤਰਕਾਲਾਂ ਹੋ ਗਈਆਂ, ਚੰਦੂ ਦਾ ਸੁਨੇਹਾ ਆ ਗਿਆ, ਸਿੱਖ ਆ ਗਿਆ ਮੇਰਾ ਭੇਜਿਆ ਹੋਇਆ ਸੁਨੇਹਾ ਲੈ ਕੇ, ਤੇ ਆਪਾਂ ਲਾਹੌਰ ਨੂੰ ਚਲੇ ਜਾਈਏ। ਅਰਜਨ ਕੋ ਮਾਰਿਓ ਚਾਹੈ ਕਿਉਂਕਿ ਮੈਂ ਛੇਤੀ ਤੋਂ ਛੇਤੀ ਧੰਨ ਗੁਰੂ ਅਰਜਨ ਦੇਵ ਭਰਾ ਨੂੰ ਮਾਰਿਆ ਚਾਹੁੰਦਾ ਹਾਂ। ਲੈ ਮੋਹੇ ਸਹਾਇਆ ਤੇ ਜਿਹੜਾ ਚੰਦੂ ਹੈ ਨਾ ਉਹ ਕੱਲਾ ਨਹੀਂ ਕੁਝ ਕਰ ਸਕਦਾ, ਮੇਰਾ ਸਹਾਰਾ ਚਾਹੁੰਦਾ ਹੈ ਗੁਰੂ ਅਰਜਨ ਦੇਵ ਨੂੰ ਮਾਰਨ ਵਾਸਤੇ। ਨਿਸਾ ਭਈ ਪੂਜਨ ਅਚਿਓ ਤੋ ਦਿਨੇ ਜਾਣ ਦਾ ਗੁਰਮਤਾ ਹੋਇਆ ਵੀ ਤੜਕੇ ਤੁਰਾਂਗੇ। ਰਾਤ ਪੈ ਗਈ ਖਾਲਸਾ ਜੀ, ਜਦੋਂ ਸੁਨੇਹਾ ਲੈ ਕੇ ਸਿੱਖ ਆਇਆ ਤੇ ਰਾਤ ਪਈ ਤੇ ਇਹਨਾਂ ਨੇ ਰਲ ਕੇ ਭੋਜਨ ਛਕਿਆ, ਪ੍ਰਸ਼ਾਦਾ ਛਕਿਆ ਹੈ। ਦਧ ਸਿੱਖ ਨੇ ਆਨਾ ਤੇ ਸਿੱਖ ਨੇ ਬਹੁਤ ਸੁੰਦਰ, ਕਿਸੇ ਇੱਥੋਂ ਜਿਹੜਾ ਇਹਦਾ ਕੋਈ ਸੇਵਕ ਸੀ ਪਿੰਡ ਸਹੁਰਿਆਂ ਦੇ ਹੇਹਰ ਵਿੱਚ, ਉਹ ਚੇਲੇ ਪਰਿਵਾਰ ਨੇ ਸੋਹਣਾ ਦਹੀਂ ਬਣਾ ਕਰਕੇ ਘਰੋਂ ਲਿਆਂਦਾ ਹੈ। ਸੂਖਮ ਚਾਵਰ ਸਾਗ ਸੋ ਸਾਗ ਬਣਿਆ ਹੋਇਆ ਤੇ ਬਿਲਕੁਲ ਬਰੀਕ ਚੌਲ ਜਿਹੜੇ ਬਾਸਮਤੀ ਦੇ ਵੀ ਰਿੰਨ ਕੇ ਲਿਆਂਦੇ ਆ। ਕੀਨਸ ਬਹੁ ਖਾਨਾ ਤੇ ਸਾਰੇ ਹੀ ਛਕਦੇ ਰਹੇ ਤੇ ਪ੍ਰਿਥੀ ਚੰਦ ਨੇ ਵੀ ਚੰਗਾ ਪੇਟ ਭਰ ਕੇ ਖਾਣਾ ਛਕਿਆ ਹੈ। ਸਵਾਦ ਸਾਥ ਅਚ ਬਹੁ ਗਇਓ ਬਹੁਤਾ ਸਵਾਦ ਹੋਣ ਕਰਕੇ ਨਾ ਪ੍ਰਿਥੀ ਚੰਦ ਜਿਹੜਾ ਹੈ ਇਹ ਛਕ ਛਕ ਕੇ ਚੌਲ ਤੇ ਐਨ ਪੂਰਾ ਢਿੱਡ ਭਰ ਲਿਆ ਹੈ, ਬਹੁਤਾ ਹੀ ਰੱਜ ਗਿਆ ਹੈ। ਹੁਨਹਾਰ ਖੁਆਇਓ ਤੋ ਕਵੀ ਜੀ ਕਹਿੰਦੇ ਮੌਤ ਜਦੋਂ ਆਉਂਦੀ ਆ ਨਾ ਉਹ ਇਹੋ ਜਿਹੇ ਕਤਿਤਾਂ ਕਰਵਾਉਂਦੀ ਪੁਰਾਣੀ ਤੋਂ। ਅੱਗੇ ਤਾਂ ਥੋੜਾ ਹੀ ਛਕਦਾ ਪ੍ਰਿਥੀ ਚੰਦ, ਤੇ ਅੱਜ ਐਨ ਪੇਟ ਭਰ ਕੇ ਢਿੱਡ ਭਰ ਕੇ ਚੌਲ ਖਾ ਲਏ ਹਨ। ਗਰ ਲਾ ਭਰ ਕੇ ਉਦਰ ਕੋ ਮੁੱਕਦੀ ਗੱਲ ਜਿਹੜਾ ਢਿੱਡ ਹੈ ਉਹ ਗਲ ਤੀ ਕਰੈਣ ਫੁੱਲ ਭਰ ਲੈਣਾ ਕੀਤਾ। ਨਿਸ ਮਹਿ ਸੁਪਤਾਇਓ ਰਾਤ ਪਈ ਤੇ ਬਰਾਜ ਗਏ ਹਨ। ਅਰਧ ਨਿਸਾ ਬਦ ਹਾਜਮਾ ਹੁਣ ਪੇਟ ਭਰ ਕੇ ਖਾਧਾ ਹੋਇਆ, ਜਦੋਂ ਅੱਧੀ ਕੁ ਰਾਤ ਪਈ
ਤੇ ਜਿਹੜਾ ਇਹ ਪ੍ਰਿਥੀ ਚੰਦ ਹੈ ਇਹਨੂੰ ਬਦ ਹਜਮਾ ਜਿਹਾ ਹੋ ਗਿਆ ਹੈ ਜਾ ਹੋਏ ਆਵਾ। ਬਦ ਹਜਮੀ ਹੋਣ ਕਰਕੇ ਪ੍ਰਿਥੀਏ ਨੂੰ ਹੈਜਾ ਹੋ ਆਇਆ, ਉਲਟੀਆਂ ਤੇ ਹੋਰ ਦਸਤ ਕਰਨ ਲੱਗਿਆ ਹੈ। ਸੂਲ ਉਠਿਓ ਜਨ ਸੂਲ ਚੁਭ। ਤੇ ਨਾਲ ਹੀ ਪੇਟ ਵਿੱਚ ਬੜਾ ਸੂਲ ਉੱਠਿਆ, ਦਰਦ ਉੱਠੀ ਹੈ, ਪੀੜਾ ਉੱਠਦੀ ਹੈ, ਮਾਨੋ ਕਿਸੇ ਨੇ ਵਰਸ਼ਾ ਛਾਤੀ ਵਿੱਚ ਜਾਂ ਪੇਟ ਵਿੱਚ ਮਾਰ ਦਿੱਤਾ ਹੈ। ਦੁਖ ਤੇ ਬਿਕੁਲਾਵਾ। ਤੇ ਚਾਂਗਰਾਂ ਪੈ ਗਈਆਂ। ਅੱਧੀ ਕੁ ਰਾਤ ਜਿਵੇਂ 12 ਕੁ ਵੱਜਦੇ ਐ, ਆਧੀ ਕੁ ਰਾਤ ਨੂੰ ਪ੍ਰਿਥੀ ਚੰਦ ਨੂੰ ਬਦ ਹਜਮੀ ਹੋਣ ਕਰਕੇ, ਪੀੜਾ ਹੋਣ ਕਰਕੇ ਬਹੁਤ ਵਿਆਕੁਲ ਹੋਇਆ, ਦੁਖੀ ਹੁੰਦਾ ਹੈ, ਚਾਂਗਰਾ ਮਾਰਦਾ ਹੈ। ਹਾਏ ਹਾਏ ਮੁਖ ਕਰਤ ਹੈ। ਮੂੰਹੋਂ ਹਾਏ ਹਾਏ ਦੀਆਂ ਆਵਾਜ਼ਾਂ ਕਰਦਾ, ਮਰ ਗਿਆ ਦੇ ਬੋਲ ਪੁਕਾਰਦਾ ਹੈ। ਜਾਗੇ ਨਰ ਪਾਸੂ। ਤੇ ਜਿੰਨੇ ਦੇ ਨਾਲ ਸੁੱਤੇ ਸਨ ਉਹ ਸਾਰੇ ਹੀ ਜਾਗ ਪਏ, ਉੱਠ ਖੜੇ ਹੋਏ ਐ। ਕਹਾਂ ਜਤਨ ਕੋ ਤਬ ਕਰ ਹੈ। ਤੇ ਉਹ ਵਿਚਾਰੇ ਵੇਖਦੇ ਹੁਣ ਅੱਧੀ ਰਾਤ ਹੈ, ਕੀ ਯਤਨ ਕਰੀਏ, ਕੀ ਹੀਲਾ, ਕੀ ਹੱਲ ਕਰ ਲਈਏ। ਨਹਿ ਔਖਦ ਰਾਸੂ। ਕੋਲ ਹੁਣ ਕੋਈ ਔਸ਼ਧੀ ਵੀ ਨਹੀਂ ਹੈ ਚੰਗੀ, ਕੋਈ ਦਵਾਈ ਬੂਟੀ ਦਾ ਕੋਲ ਪ੍ਰਬੰਧ ਵੀ ਨਹੀਂ ਹੈ। ਨਹਿ ਹਕੀਮ ਕੋ ਗ੍ਰਾਮ ਮਹਿ। ਤੇ ਛੋਟਾ ਜਿਹਾ ਪਿੰਡ ਹੈ ਹੇਰ, ਇੱਥੇ ਕੋਈ ਵਿਸ਼ੇਸ਼ ਵੈਦ ਵੀ ਕੋਈ ਸਿਆਣਾ ਨਹੀਂ ਲੱਭ ਰਿਹਾ। ਕਛ ਹਵੈ ਨ ਉਪਾਈ। ਜਿਸ ਕਰਕੇ ਸਾਧ ਸੰਗਤ ਜੀ ਇਹ ਚਾਂਗਰਾ ਮਾਰਦਾ, ਚੀਕਾਂ ਮਾਰੀ ਜਾਂਦਾ, ਨਾ ਕੋਈ ਵੈਦ ਲੱਭਾ, ਨਾ ਕੋਈ ਦਵਾਈ ਲੱਭੀ। ਇੱਥੋਂ ਅੱਧੀ ਰਾਤ ਸੀਗੀ, ਹੁਣ ਵਰਗੇ ਸਾਧਨ ਵੀ ਕੋਈ ਨਾ ਸਨਗੇ। ਤੇ ਐਸੇ ਤਰ੍ਹਾਂ ਹੀ ਕਰਲਾਉਂਦਾ ਰਿਹਾ ਹੈ ਸਾਰੀ ਰਾਤ, ਤੇ ਕੋਈ ਉਪਾਅ, ਕੋਈ ਹੀਲਾ, ਕੋਈ ਦਵਾਈ ਦਾਰੂ ਨਹੀਂ ਹੋ ਰਿਹਾ ਹੈ। ਰੁਦਤ ਨਿਕਟ ਹਵੈ ਦੁਖਤ ਸਭ। ਸਾਰੇ ਕੋਲ ਬੈਠੇ ਹੋਏ ਜਿਹੜੇ ਇਹਦੇ ਸਿੱਖ ਹੈ, ਚੇਲੇ ਹੈ, ਉਹ ਵਿਚਾਰੇ ਰੋ ਰਹੇ ਹੈ, ਬਸ ਕੋਈ ਚੱਲਦਾ ਨਹੀਂ। ਤਿਸ ਆਸ ਚੁਕਾਈ। ਤੇ ਸਾਰਿਆਂ ਨੇ ਵੀ ਪ੍ਰਿਥੀ ਚੰਦ ਦਾ ਹਾਲ ਜਿਹਾ ਵੇਖ ਕੇ ਆਸ ਲਾ ਦਿੱਤੀ ਹੈ ਵੀ ਇਹ ਗੁਰੂ ਪ੍ਰਿਥੀ ਚੰਦ ਤਾਂ ਅੱਜ ਔਖਾ ਹੀ ਬਚੂ, ਮੁਸ਼ਕਲ ਹੀ ਇਹਦਾ ਜਿਉਣਾ ਹੋਵੇਗਾ। ਪ੍ਰਿਥੀਏ ਨੇ ਜਾਣਿਓ ਮਰਨ। ਇਧਰ ਪ੍ਰਿਥੀ ਚੰਦ ਵੀ ਜਾਣਦਾ ਹੈ ਵੀ ਅੱਜ ਤਾਂ ਕਸੂਤੇ ਫਸੇ, ਅੱਜ ਨਹੀਂ ਸਰੀਰ ਬਹਾਲ ਹੋਵੇਗਾ। ਨਹਿ ਬਚਹਿ ਪ੍ਰਾਨਾ। ਮੈਨੂੰ ਨਹੀਂ ਲੱਗਦਾ ਵੀ ਅੱਜ ਬੋਲਦਾ ਨਾਲਦਿਆਂ ਨੂੰ, ਕਹਿੰਦਾ ਅੱਜ ਲੱਗਦਾ ਹੈ ਵੀ ਮੇਰੀ ਜਾਨ ਚਲੀ ਜਾਣੀ ਹੈ, ਅੱਜ ਮੈਂ ਨਹੀਂ ਬਚਾਂਗਾ। ਸਿੱਖ ਦਾਸ ਗਨ ਹਿਤੂ ਲਖ। ਜਿਹੜੇ ਸਿੱਖ ਸੀਗੇ ਇਹਦੇ ਨਾਲ ਦੇ ਜਿੰਨੇ ਪ੍ਰੇਮ ਕਰਨ ਵਾਲੇ, ਅਸਬਾਕ ਬਖਾਨਾ। ਉਹਨਾਂ ਸਿੱਖਾਂ ਨੂੰ ਆਪਦੇ ਹੇਤੂ ਪ੍ਰੇਮੀ ਜਾਣ ਕੇ ਨਾ ਤੇ ਤੜਫਦਾ ਹੋਇਆ ਪ੍ਰਿਥੀ ਚੰਦ ਜਿਹੜਾ ਹੈ ਇਹ ਬਚਨ ਕਹਿਣ ਲੱਗਿਆ ਵੈ। ਅਬ ਮੇਰੋ ਪਰਲੋਕ ਹਵੈ। ਕਹਿੰਦਾ ਸੰਗਤ ਜੀ ਹੁਣ ਜਾਣ ਲਓ ਵੀ ਮੇਰਾ ਪਰਲੋਕ ਗਮਨ ਹੋ ਜਾਣਾ, ਛੇਤੀ ਮੈਂ ਚੜ੍ਹਾਈ ਕਰ ਜਾਵਾਂਗਾ। ਰੁਜ ਵਧਿਓ ਵਿਸਾਲਾ। ਕਿਉਂਕਿ ਰੋਗ ਜਿਹੜਾ ਮੇਰੇ ਅੰਦਰ ਬਹੁਤ ਭਾਰੀ ਵੱਧ ਚੁੱਕਿਆ ਹੈ, ਪੇਟ ਦੇ ਅੰਦਰ ਬਹੁਤ ਜਿਹੜਾ ਹੈ ਦੁੱਖ ਤਕਲੀਫ ਮੈਨੂੰ ਹੋ ਰਹੀ ਹੈ। ਦਾਹਕ ਰਹਾ ਇਸ ਥਾਨ ਹੀ। ਪਰ ਮੈਂ ਤੁਹਾਨੂੰ ਕਹਿ ਚੱਲਿਆ, ਜਦੋਂ ਮੈਂ ਚੜ੍ਹਾਈ ਕਰ ਗਿਆ ਨਾ ਤੇ ਮੈਨੂੰ ਉਧਰ ਮਾਲ ਵਿੱਚ ਗੁਰੂ ਕੇ ਕੋਠੇ ਨਾ ਲਿਜਾਣਾ, ਇੱਥੇ ਹੀ ਹੇਰ ਪਿੰਡ ਹੀ ਮੇਰਾ ਦਾਹ ਸੰਸਕਾਰ ਕਰ ਦਿਆ ਜੇ। ਕਰ ਕਿਰਿਆ ਕਪਾਲਾ। ਤੇ ਜਿਹੜੀ ਕੋ ਅੰਤਲੀ ਕਿਰਿਆ ਮਰਨ ਪਰ ਤੋਂ ਬਾਅਦ ਹੈ ਉਹ ਵੀ ਮੇਰੀ ਇਸੇ ਪਿੰਡ ਇੱਥੇ ਹੀ ਕੀਤੀ ਜਾਵੇ, ਇਸੇ ਤੀਰਥ ਦੇ ਉੱਪਰ ਹੀ। ਪਿੱਛੇ ਹੋਏ ਜੋ ਅੰਸ ਮਾਮ। ਤੇ ਮੇਰੇ ਤੋਂ ਬਾਅਦ ਜਿਹੜੀ ਮੇਰੀ ਅੰਸ ਹੋਵੇ ਕਰੇਗੀ ਨਾ, ਮੇਰੇ ਤੋਂ ਗਾਂ ਮਿਹਰਬਾਨ ਤੇ ਗਾਂ ਸਾਡੇ ਪੁੱਤ ਪੜੋਤਰੇ, ਸਾਡੇ ਗਾਂ ਸੋਢੀਆਂ ਦੀ ਜਿਹੜਾ ਵੀ ਕੋਈ ਅੰਸ਼ ਵਿੱਚ ਹੋਵੇਗਾ। ਮਰ ਹੈ ਕਿਤ ਕੋਈ ਮੇਰੀ ਅੰਸ਼ ਚੋਂ ਗਾਂ ਕਿਤੇ ਵੀ ਮਰ ਜਾਵੇ, ਚਾਹੇ ਆਪਦੇ ਕਿਸੇ ਪਿੰਡ ਕਿਤੇ ਵੀ ਰਹਿੰਦਾ, ਧਰਤੀ ਤੇ ਕਿਸੇ ਥਾਵੇਂ ਮਰ ਜਾਂਦਾ ਹੈ, ਦਾਹੋ ਆਣ ਇਸ ਥਲ ਕਰ ਹੈ। ਤੇ ਉਹਨੂੰ ਤੁਸਾਂ ਨੇ ਸੰਸਕਾਰ ਜਿਹੜਾ ਇੱਥੇ ਹੀ ਕਰਨਾ, ਹੇਰ ਪਿੰਡ ਵਿੱਚ ਹੀ ਕਰਨਾ, ਇਸੇ ਤੀਰਥ ਤੇ ਮੇਰੇ ਜਿੰਨੇ ਸਾਡੀ ਅੰਸ਼ ਬੰਸ ਦਾ ਸੋਢੀਆਂ ਦਾ ਕੋਈ ਚੜ੍ਹਾਈ ਕਰੇਗਾ ਉਹਦਾ ਜਿਹੜਾ ਦਾਹ ਸੰਸਕਾਰ ਹੈ ਤੁਸੀਂ ਇੱਥੇ ਕਰਨਾ ਹੈ। ਕਹਿ ਦੀਜਹਿ ਸੋਈ। ਇਹ ਮੇਰੇ ਮਰਨ ਤੋਂ ਬਾਅਦ ਸਾਰੇ ਸੋਢੀ ਮੇਰੇ ਅੰਸ਼ ਬੰਸ ਚੋਂਗਾ ਮਿਹਰਬਾਨ ਨੂੰ ਤੇ ਅਗਲਿਆਂ ਨੂੰ ਕਹਿ ਦਿਆ ਜੇ, ਸਮਝਾ ਦਿਆ ਜੇ। ਮੋਹ ਕਹ ਮਿਲ ਹੈ ਸੋ ਆਨ ਕਰ। ਤੇ ਕਹਿੰਦਾ ਜਦੋਂ ਇੱਥੇ ਜਿਹਦਾ ਸੰਸਕਾਰ ਹੋਇਆ ਕਰੇਗਾ ਨਾ ਤੇ ਉਹ ਮੇਰੇ ਵਿੱਚ ਅਭੇਦ ਹੋ ਜਾ ਕਰੇਗਾ, ਪਰਮੇਸ਼ਰ ਬਣਦਾ ਹੈ ਨਾ। ਤੇ ਜਾਂਦਾ ਜਾਂਦਾ ਉਪਦੇਸ਼ ਕਰਦਾ ਹੈ ਵੀ ਜੇ ਇੱਥੇ ਸੋਢੀਆਂ ਚੋਂ ਕਿਸੇ ਦਾ ਸੰਸਕਾਰ ਕਰਨਾ ਹੈ ਨਾ ਹੋਵੇਗਾ
ਤੇ ਉਹ ਮੇਰੇ ਵਿੱਚ ਹੀ ਬਾਅਦ ਵਿੱਚ ਅਭੇਦ ਹੋ ਜਾਇਆ ਕਰੇਗਾ, ਸੱਚਖੰਡ ਵਿੱਚ ਉਹਦਾ ਵਾਸਾ ਹੋਵੇਗਾ। ਫਲ ਉਤਮ ਪਾਵੈ। ਇਹ ਉੱਤਮ ਫਲ ਉਹਨੂੰ ਮਿਲਿਆ ਕਰੇਗਾ ਇੱਥੇ ਸੰਸਕਾਰ ਦੇਹੀ ਦਾ ਹੋਣ ਕਾਰਨ। ਮਿਹਰਬਾਨ ਸੋ ਕਹੋ ਤੁਮ। ਇਹ ਸਾਰੇ ਮੇਰੇ ਆਖਰੀ ਬਚਨ ਜਿਹੜੇ ਆ ਮਿਹਰਬਾਨ ਨੂੰ ਸਮਝਾ ਦਿਆ ਜੇ ਮੇਰੇ ਪੁੱਤ ਨੂੰ। ਬਹੁ ਨਾਰਦ ਨਾਵੈ। ਉਹਨੂੰ ਆਖਣਾ ਵੀ ਆਪਦੇ ਪਿਤਾ ਦੇ ਚੜ੍ਹਾਈ ਕਰਨ ਤੋਂ ਬਾਅਦ ਬਹੁਤਾ ਰੋਵੇ ਕਰਲਾਵੇ ਨਾ। ਇਹੀ ਰੀਤ ਸਭ ਜਗਤ ਕੀ। ਇਹ ਸਾਰੇ ਸੰਸਾਰ ਦੀ ਇਹੋ ਰੀਤ ਹੈ। ਸੰਸਾਰ ਦੇ ਪ੍ਰਾਣੀ ਤੇ ਜੋ ਆਇਆ ਹੈ ਉਹਨੂੰ ਜਾਣਾ ਪੈਂਦਾ ਹੈ। ਆਵਤ ਇੱਕ ਜਾਤੇ। ਇੱਕ ਜੰਮੀ ਜਾਂਦੇ ਆ, ਇੱਕ ਮਰੀ ਜਾਂਦੇ ਆ, ਇਹੀ ਸੰਸਾਰ ਦੀ ਮਰਿਆਦਾ ਹੈ। ਕਰਹਾ ਕਿਰਿਆ ਮੇਰੀ ਸਕਲ। ਤੇ ਮੇਰੀ ਜਿਹੜੀ ਸਾਰੀ ਅੰਤਲੀ ਕਿਰਿਆ ਦੁਸਹਿਰਾ ਆਦਿਕ ਜੋ ਜਪ ਨਾਮ ਪ੍ਰਭਾਤੇ। ਉਹ ਮਿਹਰਬਾਨ ਨੂੰ ਕਹਿਣਾ ਕਰਕੇ ਤੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੇ, ਪਰਮੇਸ਼ਰ ਦਾ ਧਿਆਨ ਧਾਰਿਆ ਕਰੇ। ਪੁਨ ਆਵਾਹ ਚੰਦੂ ਮਿਲ ਹੈ। ਤੇ ਫਿਰ ਉਹਨੂੰ ਆਖਣਾ ਹੈ ਵੀ ਮੇਰੀ ਕਿਰਿਆ ਕਰਨ ਤੋਂ ਬਾਅਦ ਨਾ ਚੰਦੂ ਨੂੰ ਜ਼ਰੂਰ ਲਾਹੌਰ ਵਿੱਚ ਆ ਕੇ ਮਿਲ ਲਵੇਗਾ। ਲਿਹੋ ਗੁਰਤਾ ਗਾਦੀ। ਤੇ ਮਿਹਰਬਾਨ ਨੂੰ ਆਖਣਾ ਚੰਦੂ ਦੇ ਨਾਲ ਮਿਲ ਕੇ ਗੁਰੂ ਅਰਜਨ ਦੇਵ ਤੋਂ ਗੁਰਿਆਈ ਖੋਹ ਕੇ ਲੈਣੀ ਹੈ, ਛੱਡਣੀ ਨਹੀਂ। ਜਿਹੜਾ ਕੰਮ ਮੈਂ ਅਧੂਰਾ ਛੱਡ ਕੇ ਚੱਲਿਆ ਉਹ ਮੇਰਾ ਪੁੱਤ ਮਿਹਰਬਾਨ ਪੂਰਾ ਕਰੇਗਾ। ਜਿਉ ਕਿਉ ਅਰਜਨ ਕੋ ਹਤਹਾ। ਤੇ ਉਹਨੂੰ ਕਹਿਣਾ ਚੰਦੂ ਨਾਲ ਰਲ ਕੇ ਨਾ ਪੁੱਤਰ ਜਿਵੇਂ ਕਿਵੇਂ ਵੀ ਹੁੰਦਾ ਤੂੰ ਅਰਜਨ ਦੇਵ ਮੇਰੇ ਛੋਟੇ ਭਰਾ ਨੂੰ ਛੱਡਣਾ ਨਹੀਂ, ਜਿਉਂਦੇ ਮਾਰਨਾ ਹੈ। ਪੁਨ ਕੀਜਹ ਸ਼ਾਦੀ। ਤੇ ਫਿਰ ਖੁਸ਼ੀਆਂ ਆਨੰਦ ਮਨਾਈ ਗੁਰਤਾ ਗੱਦੀ ਪ੍ਰਾਪਤ ਕਰਕੇ। ਪੁਰਹਾ ਕਾਮਨਾ ਆਏ ਕਰ। ਤੇ ਫਿਰ ਆ ਕੇ ਮੇਰੀ ਜਿਹੜੀ ਆਖਰੀ ਇੱਛਾ ਜਿਹੜੀ ਉਹ ਤੈਂ ਪੂਰੀ ਕਰਨੀ ਹੈ। ਸਭ ਬੰਨਿਓ ਬਣਾਉ। ਤੇ ਉਹਨੂੰ ਕਹਿ ਦੇਣਾ ਮਿਹਰਬਾਨ ਵੀ ਤੈਨੂੰ ਉਦਮ ਕਰਨ ਦੀ ਕੋਈ ਲੋੜ ਨਹੀਂ, ਤੇਰਾ ਮਰਨ ਤੋਂ ਪਹਿਲਾਂ ਬਾਪ ਸਾਰੇ ਹੀ ਤਾਣੇ ਬਾਣੇ ਬੁਣ ਗਿਆ, ਬਸ ਕੱਲਾ ਚੰਦੂ ਦੇ ਮੱਥੇ ਹੀ ਲੱਗਣਾ, ਬਾਕੀ ਸਾਰਾ ਕੁਝ ਆਪੇ ਕਰ ਲਵੇਗਾ। ਮੈਂ ਸਾਰਾ ਕੁਝ ਪ੍ਰਬੰਧ ਕਰਕੇ ਚੱਲਿਆ ਹਾਂ। ਬੈਰ ਸੰਭਾਰੋ ਆਪਨੋ। ਤੇ ਇਸੇ ਤਰ੍ਹਾਂ ਕਾਰਜ ਕਰਨਾ ਹੈ। ਤੋ ਬੈਰ ਸੰਭਾਰੋ, ਵੈਰ ਜਿਹੜਾ ਨਾ ਗੁਰੂ ਅਰਜਨ ਦੇਵ ਨਾਲ ਸੰਭਾਲ ਕੇ ਰੱਖਣਾ ਹੈ, ਮਨ ਵਿੱਚ ਸਦਾ ਵੈਰ ਭਾਵਨਾ ਰੱਖਣੀ ਹੈ। ਨਹਿ ਕਰਹਾ ਬਲਾਉ। ਕਿਸੇ ਦੇ ਮਗਰ ਲੱਗ ਕੇ ਠੰਡੇ ਨਹੀਂ ਪੈਣਾ। ਗੁਰੂ ਅਰਜਨ ਦੇਵ ਦੇ ਨਾਲ ਵੈਰ ਜਿਹੜਾ ਧੁਖਦਾ ਹੀ ਰੱਖਣਾ, ਟਾਲਾ ਨਹੀਂ ਕਰਨਾ, ਟਲਣਾ ਨਹੀਂ ਕਦੇ ਵੈਰ ਲੈਣ ਤੋਂ। ਇਮ ਕਹਿ ਧਰਨੀ ਪਰ ਭਰਿਓ। ਉਹ ਇਸ ਤਰ੍ਹਾਂ ਕਹਿੰਦਾ ਹੋਇਆ ਪ੍ਰਿਥੀ ਅਨਸਾਦ ਸੰਗਤ ਜੀ ਧਰਤੀ ਉੱਪਰ ਡਿੱਗ ਪਿਆ ਹੈ। ਵਿਆਕੁਲ ਵੱਡ ਹੋਵਾ। ਬਹੁਤ ਦੁਖੀ ਤੋਂ ਦੁਖੀ ਹੋ ਰਿਹਾ ਹੈ। ਬੋਲ ਬੰਦ ਮ੍ਰਿਤ ਚਿੰਨ ਭੇ। ਤੇ ਬੋਲ ਬਾਣੀ ਹੁਣ ਬੰਦ ਹੋ ਗਈ ਹੈ, ਜੀਭਾ ਵਲ ਮਾਰ ਗਈ ਹੈ, ਤੇ ਮੌਤ ਦੇ ਜਿਹੜੇ ਲੱਛਣ ਜੋ ਨੱਕ ਜਿਹਾ ਉਹਦਾ ਤੋਤੇ ਵਾਂਗੂ ਵਿੰਗਾ ਹੋ ਗਿਆ ਹੈ। ਸਭ ਸੰਗਨ ਜੋਵਾ। ਸਾਫ ਹੀ ਦਿਸ ਗਿਆ ਵੀ ਹੁਣ ਨਹੀਂ ਬਚਦਾ। ਮੌਤ ਦੇ ਲੱਛਣ ਜੇ ਚਿਹਰੇ ਤੇ ਪ੍ਰਗਟ ਹੋ ਗਏ, ਪੈਰ ਵਿੰਗੇ ਹੋਣ ਲੱਗ ਪਏ ਐ, ਨੱਕ ਵੀ ਵਿੰਗਾ ਹੋਣ ਲੱਗਿਆ ਹੈ। ਰਹੇ ਬੁਲਾਵਤ ਦਾਸ ਗਨ। ਇਸ ਤਰ੍ਹਾਂ ਜਿਹੜੇ ਸਿੱਖ ਖੜੇ ਹੋਏ ਪਾਸ ਪ੍ਰਿਥੀ ਚੰਦ ਦੇ ਚੇਲੇ, ਉਹ ਪ੍ਰਿਥੀਏ ਨੂੰ ਗੁਰੂ ਜੀ ਕਹਿ ਕਰਕੇ ਬੁਲਾਉਂਦੇ ਹਨ। ਨਿਕਸੇ ਤਨ ਪ੍ਰਾਨਾ। ਪਰ ਕਵੀ ਜੀ ਕਹਿੰਦੇ ਕਾਤੇ ਬੋਲਦਾ ਹੁਣ, ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਰਹਤੇ। ਪ੍ਰਿਥੀ ਚੰਦ ਚੜ੍ਹਾਈ ਕਰ ਗਿਆ ਹੈ, ਇਹ ਆਵਾਜ਼ਾਂ ਮਾਰ ਮਾਰ ਕੇ ਬੁਲਾ ਰਹੇ ਹੈ, ਪਰ ਹੁਣ ਇਹ ਪ੍ਰਿਥੀ ਚੰਦ ਦਾ ਕੇਵਲ ਸਰੀਰ ਹੈ, ਵਿੱਚੋਂ ਜੋਤ ਜਾਂ ਜਿਹੜਾ ਆਤਮਾ ਹੈ, ਜੀਉ ਹੈ, ਉਹ ਤਾਂ ਉਡਾਰੀ ਮਾਰ ਚੁੱਕਿਆ ਹੈ। ਚਿਤਵਤ ਗੁਰ ਸੰਗ ਬੈਰ ਕੋ। ਪਰ ਕਵੀ ਜੀ ਕਹਿੰਦੇ ਕਿੱਡਾ ਮੂਰਖ ਹੈ, ਮਰਨ ਸਮੇਂ ਵੀ ਕੋਈ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਵੈਰ ਲੈਣ ਦੀਆਂ ਗੱਲਾਂ ਹੀ ਕਰਦਾ ਤੁਰਿਆ ਹੈ। ਪਰ ਲੋਕ ਭਿਆਨਾ। ਤੇ ਇਸ ਤਰ੍ਹਾਂ ਈਰਖਾ ਕਰਦਾ ਕਰਦਾ ਹੀ ਜਿਉਂਦੇ ਜੀ ਵੀ ਈਰਖਾ ਕੀਤੀ, ਤੇ ਮਰਨ ਲੱਗਿਆਂ ਵੀ ਈਰਖਾ ਤੇ ਵੈਰ ਕਰਦਾ ਹੀ ਚੜ੍ਹਾਈ ਕੀਤਾ ਹੈ। ਰੁਦਤ ਸਕਲ ਬੈਠੇ ਨਿਕਟ। ਜਿੰਨੇ ਲਾਗੇ ਬੈਠੇ ਸਾਰੇ ਭੁੱਬਾ ਮਾਰ ਮਾਰ ਰੋਣ ਲੱਗੇ ਮਰੇ ਤੋਂ ਬਾਅਦ। ਸੋ ਰਾਤ ਬਿਤਾਈ। ਰੋਂਦਿਆਂ ਪਿੱਟਦਿਆਂ ਨੇ ਬਹਿ ਬੂ ਕੇ ਇੱਥੇ ਰਾਤ ਕੱਢ ਲਈ ਹੈ। ਭਈ ਪ੍ਰਭਾਤ ਉਠਾਏ ਕੈ। ਜਦੋਂ ਦਿਨ ਚੜਿਆ ਤੇ ਇਹਦੀ ਲੋਥ ਨੂੰ ਚੁੱਕ ਲਿਆ ਚੌਂ ਜਣਿਆਂ ਨੇ। ਵੱਡ ਚਿਖਾ ਬਣਾਈ। ਤੇ ਵੱਡੀ ਖੁੱਲੇ ਬਾਲਣ ਦੀ ਚਿਖਾ ਜੀ ਬਣਾ ਕਰਕੇ ਉਪਰ ਧਰ ਕਰ ਛਾਰ ਕਰ। ਆ ਚਿਖਾ ਦੇ ਉੱਪਰ ਰੱਖ ਕੇ ਪ੍ਰਿਥੀ ਚੰਦ ਨੂੰ ਫੂਕ ਦਿੱਤਾ ਹੈ। ਰੋਏ ਸਮੁਦਾਏ। 5 ਤੱਤਾਂ ਦੇ ਸਰੀਰ ਨੂੰ ਸੁਆਹ ਕਰ ਦਿੱਤਾ
ਤੇ ਨਾਲ ਦੀ ਨਾਲ ਜਿਹੜੇ ਕੋਈ ਸਿੱਖ ਇਹਦੇ ਆ ਉਹ ਰੋ ਰਹੇ ਆ, ਨੇਤਰ ਨਮ ਕਰ ਰਹੇ ਹਨ। ਅਸਥ ਬੀਨ ਦਿਨ ਤੀਨ ਮੈਂ, ਤਿੰਨਾਂ ਕੁ ਦਿਨਾਂ ਬਾਅਦ ਜਿਹੜੇ ਇਹਦੇ ਅੰਗੀਠਾ ਸਾਂਭਿਆ, ਜਿਹੜੇ ਕੋ ਫੁੱਲ ਸਾਂਭਣ ਦੀ ਕਿਰਿਆ ਉਹ ਵੀ ਕਰ ਲਈ ਹੈ। ਹਟ ਪਾਛ ਸਿਧਾਏ, ਇਥੋਂ ਮੁੜ ਕੇ ਹਟ ਕੇ ਪਿਛਾਂ ਮੁੜ ਗਏ ਹਨ, ਭਾਵ ਗੁਰੂ ਕੇ ਕੋਠੇ ਨੂੰ ਸਾਰੇ ਤੁਰ ਪਏ ਐ। ਇੱਕ ਸਿੱਖ ਕੋਠੇ ਕੋ ਗਇਓ, ਤੇ ਜਦੋਂ ਪ੍ਰਿਥੀ ਚੰਦ ਚੜ੍ਹਾਈ ਕੀਤਾ ਸੀ, ਇਹ ਜਿਹੜੇ ਸਿੱਖ ਇਹਨਾਂ ਨੇ ਤਾਂ ਫੁੱਲ ਵਗੈਰਾ ਕਿਰਿਆ ਅੰਗੀਠੇ ਦੀ ਕਰਕੇ ਹੀ ਜਾਣਾ ਸੀ। ਜਿੱਦਾਂ ਪ੍ਰਿਥੀ ਚੰਦ ਚੜ੍ਹਾਈ ਕੀਤਾ ਉਸ ਦਿਨ ਹੀ ਇਹ ਸਿਆਣੇ ਸਿੱਖ ਜਿਹੜੇ ਸੀ ਇਹਦੇ ਨਾਲ ਦੇ, ਉਹਨਾਂ ਨੇ ਪ੍ਰਿਥੀ ਚੰਦ ਦੇ ਘਰੇ ਸੁਨੇਹਾ ਭੇਜ ਦਿੱਤਾ ਸੀ। ਇਸ ਕਰਕੇ ਇੱਕ ਸਿੱਖ ਜਿਹੜਾ ਗੁਰੂ ਕੇ ਕੋਠੇ ਪਹਿਲਾਂ ਹੀ ਭੇਜਿਆ ਹੋਇਆ ਹੈ। ਪੂਰਬ ਸੁਧ ਦੈਬੇ, ਉਹਨੇ ਜਾ ਕੇ ਪਹਿਲਾਂ ਹੀ ਕਰਮੋਂ ਨੂੰ ਤੇ ਮਿਹਰਵਾਨ ਨੂੰ ਖਬਰ ਦੇ ਦਿੱਤੀ ਪ੍ਰਿਥੀ ਚੰਦ ਦੇ ਮਰੇ ਹੋਏ ਦੀ। ਸੁਨ ਮਰਨੋ ਸੁਤ ਭਾਰ ਜਾ, ਜਦੋਂ ਮਰਨਾ ਸੁਣਿਆ ਪਤੀ ਦਾ ਕਰਮੋਂ ਨੇ ਤੇ ਇਹਦੇ ਪੁੱਤਰ ਮਿਹਰਵਾਨ ਨੇ, ਵੱਡ ਕੂਕ ਕਰੈ ਬੇ, ਬੜੀਆਂ ਧਾਹਾਂ ਕੂਕਾਂ ਦੋਵੇਂ ਮਾਂ ਪੁੱਤ ਮਾਰਦੇ ਹਨ। ਹਾਏ ਹਾਏ ਕਰ ਰੁਦਤ ਆ ਹੈ, ਬੀਬੀ ਕਰਮੋਂ ਹਾਏ ਹਾਏ ਪ੍ਰਿਥੀ ਦਾ ਨਾਮ ਲੈ ਲੈ ਕੇ ਰੋਂਦੀ ਹੈ। ਨਹਿ ਸਧਿਓ ਸਰੀਕਾ, ਕਹਿੰਦੇ ਆ ਵੇ ਮੇਰੇ ਸਿਰ ਦੇ ਸਾਈਂ ਪਤੀ, ਤੇਥੋਂ ਫੇਰ ਵੀ ਸ਼ਰੀਕਾਂ ਨੂੰ ਸੋਧਿਆ ਨਹੀਂ ਗਿਆ। ਇਹ ਵੀ ਹੁਣ ਇਹ ਨਹੀਂ ਪਛੋਤਾਉਂਦੀ ਵੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਕਿੱਡੀ ਕਲਾ ਵਰਤੀ ਹੈ ਵੀ ਮੈਂ ਹੁਣ ਹੀ ਟਾਲਾ ਕਰ ਲਵਾਂ। ਤੋ ਸਾਪ ਕੁੰਚ ਛੋਡਾ ਬਿਖ ਨਹੀਂ ਛੱਡੈ, ਸੱਪ ਕਹਿੰਦੇ ਕੁੰਜ ਲਾਉਂਦਾ ਪਰ ਜ਼ਹਿਰ ਨਹੀਂ ਛੱਡਦਾ। ਮਰੇ ਹੋਏ ਪਤੀ ਦੇ ਵੈਣ ਵੀ ਇਹ ਪਾਉਂਦੀ ਹੈ ਕਿ ਵੇਖ ਪਤੀ ਤੂੰ ਚੜ੍ਹ ਕੇ ਗਿਓ, ਪਰ ਤੇਥੋਂ ਸ਼ਰੀਕਾਂ ਨੂੰ ਸੋਧਿਆ ਨਾ ਗਿਆ, ਆਪਦੇ ਵੈਰੀ ਨਾਲ ਵੈਰ ਨਾ ਲੈ ਹੋਇਆ ਵੇ। ਹੇ ਪਤ ਪੂਰਬ ਹੀ ਮਰਿਓ, ਹਾਂ ਇਹ ਮੇਰੇ ਪਤੀ ਤੂੰ ਮੇਥੋਂ ਪਹਿਲਾਂ ਹੀ ਚੜ੍ਹਾਈ ਕਰ ਗਿਆ ਮੇਰੇ ਜਿਉਂਦੇ ਜੀ। ਇਹੋ ਕੀਓ ਨਾ ਨੀਕਾ, ਇਹ ਤੈਂ ਚੰਗਾ ਨਹੀਂ ਕੀਤਾ, ਕੱਲੀ ਛੱਡ ਕੇ ਤੁਰ ਗਿਆ ਹੈ। ਮਿਹਰਬਾਨ ਸੁਤ ਕੀ ਖਬਰ, ਆਪਦੇ ਕੱਲੇ ਕੱਲੇ ਪੁੱਤਰ ਭੋਲੇ ਭਾਲੇ ਮਿਹਰਬਾਨ ਦੀ ਜਿਹੜੀ ਖਬਰਸਾਰ ਹੈ। ਕਬ ਲੈ ਹੈ ਆਈ, ਹੁਣ ਤੂੰ ਤੁਰ ਗਿਆ ਵੇ, ਕਦੋਂ ਆਪਦੇ ਕੱਲੇ ਪੁੱਤਰ ਦੀ ਖਬਰਸਾਰ ਲਵੇਂਗਾ। ਬਦਨ ਮਰਤ ਹਮ ਨਹਿ ਪਿਖਿਓ, ਤੇ ਅਸੀਂ ਤਾਂ ਨਭਾਗਿਆ ਨੇ ਤੇਰਾ ਮਰਦੇ ਦਾ ਮੂੰਹ ਵੀ ਨਾ ਵੇਖਿਆ। ਬਿਧ ਕਹਾਂ ਬਨਾਈ, ਇਹ ਪਰਮੇਸ਼ਰ ਨੇ ਕਿਹੋ ਜਿਹੀ ਵਿਧਿਆਨ ਬਣਾਈ ਹੈ, ਸਾਨੂੰ ਮਰੇ ਹੋਏ ਦਾ ਤੇਰੇ ਦਾ ਮੂੰਹ ਵੇਖਣਾ ਵੀ ਨਸੀਬ ਨਾ ਹੋਇਆ। ਰਹੀ ਹਟਾਏ ਨਹਿ ਹਟਿਓ, ਮੈਂ ਤੈਨੂੰ ਤੁਰਨ ਲੱਗਿਆ ਵੇ ਬਹੁਤ ਹਟਾਉਂਦੀ ਰਹੀ, ਤੁਹਾਨੂੰ ਬੜਾ ਰੋਕਿਆ ਸੀ, ਬਹੁਤ ਤੁਹਾਨੂੰ ਜ਼ੋਰ ਪਾਇਆ ਮੈਂ। ਅਪਸ਼ਗੁਨ ਵਿਸਾਲੇ, ਇਹੋ ਜਿਹੇ ਭੈੜੇ ਲੱਛਣ ਜੇ ਵੇਖ ਕੇ ਪਰ ਤੁਸਾਂ ਇੱਕ ਨਾ ਮੰਨੀ। ਕਿਮ ਫਲ ਸੋ ਦੇਵੈ ਨਹੀਂ, ਆ ਵੇਖ ਲੋ ਹੁਣ ਕਿਵੇਂ ਦਾ ਫਲ ਉਹਨਾਂ ਨੇ ਦਿੱਤਾ ਹੈ। ਦੁਖ ਕੀਨ ਕਰਾਲੇ, ਭੈੜਾ ਦੁੱਖ ਜਿਹੜਾ ਸਾਡੀ ਝੋਲੀ ਵਿੱਚ ਪੈ ਗਿਆ, ਭਲਾ ਉਹ ਖੋਟੇ ਲੱਛਣ ਕਿਵੇਂ ਫਲ ਨਾ ਦਿੰਦੇ। ਲਗ ਬਰਨਾ ਸ਼ੋਕ ਜਨ, ਤੋ ਕਹਿ ਲਗ ਬਰਨੋ ਸ਼ੋਕ। ਇਹ ਕਹਿੰਦੀ ਬੀਬੀ ਕਰਮੋ ਕਿਹੇ ਪਤੀ, ਜਾਂ ਕਵੀ ਸੰਤੋਖ ਸਿੰਘ ਕਹਿੰਦਾ ਹੈ ਵੀ ਕਿੰਨਾ ਰੁਦਨ ਕਰ ਰਹੀ ਹੈ ਬੀਬੀ ਕਰਮੋ, ਕਿਹਾ ਨਹੀਂ ਜਾਂਦਾ, ਕਿੰਨਾ ਸ਼ੋਕ ਕਿੰਨਾ ਦੁੱਖ ਪੈਦਾ ਹੋ ਰਿਹਾ ਹੈ। ਕੀ ਆਏ ਆਵਾਸਾ, ਕਿੰਨਾ ਘਰ ਵਿੱਚ ਪੁੱਤਰ ਮਿਹਰਬਾਨ ਪ੍ਰਿਥੀ ਚੰਦ ਦਾ ਤੇ ਬੀਬੀ ਕਰਮੋ ਹੋਰ ਜਿਹੜੇ ਕੋਈ ਪਰਿਵਾਰ ਵਾਲੇ ਆ ਲਾਗੇ ਦੇ, ਕਿੰਨਾ ਰੋਦਨ ਕਰ ਰਹੇ ਹਨ। ਇਤਨੇ ਮੈਂ ਆਏ ਅਸਥ, ਇੰਨੇ ਨੂੰ ਪ੍ਰਿਥੀ ਚੰਦ ਦੇ ਜਿਹੜੇ ਉਹ ਫੁੱਲ ਹੱਡ ਚੁਗੇ ਹੋਏ ਉਹ ਵੀ ਘਰ ਆ ਗਏ ਹਨ। ਰੋਦਤ ਭਰ ਸਵਾਸਾ, ਉਹਨਾਂ ਨੂੰ ਵੇਖ ਕੇ ਕਰਮੋਂ ਫੇਰ ਉੱਚੀ ਉੱਚੀ ਭੁੱਬਾ ਮਾਰ ਮਾਰ ਰੋ ਰਹੀ ਹੈ। ਮਿਹਰਬਾਨ ਬਹਰੋ ਏਕ, ਇਧਰ ਬਾਬਾ ਮਿਹਰਬਾਨ ਵੀ ਬਹੁਤ ਰੋਂਦਾ ਪਿਤਾ ਦੇ ਅਸਥ ਵੇਖ ਵੇਖ ਕੇ। ਮ੍ਰਿਤ ਕਿਰਿਆ ਕਰਾਈ, ਫੇਰ ਇਹਨੇ ਰੋਂਦੇ ਧੋਂਦੇ ਮਿਹਰਬਾਨ ਨੇ ਪਿਤਾ ਦੀ ਅੰਤਲੀ ਜਿਹੜੀ ਕੋ ਕਿਰਿਆ ਦਸ਼ਹਿਰਾ ਆਦਿਕ ਕੀਤਾ ਕਰਵਾਇਆ ਹੈ। ਸ਼ਬਦ ਪੜਾਇਓ ਦਰਬ ਦੇ, ਮਾਇਆ ਦੇ ਕਰਕੇ ਰਾਗੀ ਸਿੱਖਾਂ ਦੇ ਪਾਸੋਂ ਗੁਰਬਾਣੀ ਦੇ ਸ਼ਬਦ ਦਾ ਕੀਰਤਨ ਕਰਵਾਇਆ ਵੈ। ਸੁਣ ਤੇ ਸਮੁਦਾਈ, ਤੇ ਸਾਰਿਆਂ ਨੇ ਜਿਹੜਾ ਵਿਰਾਗਮਈ ਕੀਰਤਨ ਸ਼ਰਵਣ ਕੀਤਾ ਹੈ। ਤਿਨ ਕੀ ਸੰਗਤ ਆਏ ਕਰ, ਜਿਹੜੇ ਕੋ ਪ੍ਰਿਥੀ ਚੰਦ ਨੂੰ ਗੁਰੂ ਮੰਨਦੇ ਸੀਗੇ ਉਹ ਸਾਧ ਸੰਗਤ ਜੀ ਪ੍ਰਿਥੀ ਚੰਦ ਦੇ ਚੜ੍ਹਾਈ ਕੀਤੇ, ਤੇ ਫਿਰ ਜਿੰਨੇ ਕੋ ਮੰਨਣ ਵਾਲੇ ਸੀ ਲਾਗੇ ਪਿੰਡਾਂ ਦੇ ਉਹ ਸਾਰੇ ਹੀ ਹਰਖ ਜਾ ਕਰਨ ਵਾਸਤੇ ਵਿਰਾਗ ਕਰਨ ਵਾਸਤੇ ਆਏ ਆ। ਪੁਨ ਪਾਗ ਬੰਧਾਈ, ਤੇ ਫਿਰ ਉਹ ਸਾਰਿਆਂ ਰਲ ਮਿਲ ਕਰਕੇ ਪ੍ਰਿਥੀਏ ਦੀ ਪੱਗ ਜਿਹੜੀ ਹੈ
ਉਹ ਬਾਬਾ ਮਿਹਰਬਾਨ ਇਹਦੇ ਪੁੱਤ ਨੂੰ ਬੰਨ੍ਹ ਦਿੱਤੀ ਹੈ। ਮਿਟਿਓ ਸ਼ੋਕ ਤਬ ਜਨ ਕਹਿਓ। ਜਦੋਂ 2 4 5 7 ਦਿਨ ਪੈ ਗਏ, ਥੋੜਾ ਘਰ ਵਿੱਚ ਸੋਗ ਜਿਹਾ ਮਿਟਿਆ, ਤੇ ਉਸ ਸਮੇਂ ਜਿਹੜੇ ਕੋਈ ਇੱਥੇ ਸਿਆਣੇ ਆਏ ਹੋਏ ਸਨ ਗੁਰਮੁਖ, ਜਾਂ ਕੋਈ ਇਹਦੇ ਪ੍ਰਿਥੀ ਦੇ ਜਿਹੜੇ ਕੋਈ ਦਾਸ ਚੇਲੇ ਹੈ, ਉਹ ਕਹਿਣ ਲੱਗ ਪਏ ਐ ਜੋ ਅਕਲ ਸਿਖਾਈ। ਵੀ ਜਿਹੜੀ ਅਕਲ ਪ੍ਰਿਥੀ ਚੰਦ ਜਾਂਦਾ ਸਿਖਾ ਕੇ ਗਿਆ ਨਾ, ਜਿਹੜੇ ਪ੍ਰਿਥੀ ਚੰਦ ਦੇ ਨਾਲ ਸੀਗੇ ਮਰਨ ਸਮੇਂ, ਉਹ ਸਾਰੀਆਂ ਗੱਲਾਂ ਪ੍ਰਿਥੀ ਦੀਆਂ ਸੁਣੀਆਂ ਸੀ ਜਿਨ੍ਹਾਂ ਨੇ, ਉਹ ਸਾਰੀ ਗੱਲਬਾਤ ਜਿਹੜੀ ਉਹ ਆਂਦਾ ਸੀ ਨਾ ਵੀ ਮਿਹਰਬਾਨ ਨੂੰ ਸੁਣਾ ਦਿਓ ਜੇ ਜਾ ਕੇ ਮੇਰੀ ਆਖਰੀ ਮੱਤ ਦਿੱਤੀ ਹੋਈ, ਉਹ ਸਾਰੀ ਦਿੱਤੀ ਹੋਈ ਮੱਤ ਮਿਹਰਬਾਨ ਨੂੰ ਜਿਹੜੇ ਸੁਨੇਹੇ ਭੇਜੇ ਸੀ ਨਾ ਪ੍ਰਿਥੀ ਨੇ ਮਰਨ ਲੱਗਿਆਂ, ਉਹ ਸਾਰੇ ਮਿਹਰਬਾਨ ਨੂੰ ਸੁਣਾ ਦਿੱਤੇ ਐ ਇਹਦੇ ਚੇਲਿਆਂ ਨੇ। ਸ਼੍ਰੀ ਅਰਜਨ ਤੇ ਬੈਰ ਕਰ। ਵੀ ਤੇਰੇ ਪਿਤਾ ਨੇ ਆਖਿਆ ਹੈ ਮਿਹਰਬਾਨ ਵੀ ਤੂੰ ਧੰਨ ਗੁਰੂ ਅਰਜਨ ਦੇਵ ਤੋਂ ਵੈਰ ਲੈਣਾ, ਬਦਲਾ ਲੈਣਾ ਹੈ। ਲਿਹ ਗੁਰਤਾ ਗਾਦੀ। ਉਹਨਾਂ ਨੂੰ ਮਾਰ ਮਕਾ ਕੇ ਤੇ ਗੁਰਤਾ ਗੱਦੀ ਜਿਵੇਂ ਕਿਵੇਂ ਲੈਣੀ ਖੋਹ ਕਰਕੇ। ਚੰਦੂ ਹਤ ਹੈ ਉਪਾਏ ਤੇ। ਚੰਦੂ ਦਾ ਸਾਥ ਦੇਣਾ ਹੈ ਤੇ ਚੰਦੂ ਆਪੇ ਹੀ ਕੋਈ ਤਰੀਕਾ ਸਕੀਮ ਬਣਾ ਕਰਕੇ ਮਾਰ ਮਰਵਾ ਦੇਵੇਗਾ। ਤਬ ਕੀ ਜਹ ਸ਼ਾਦੀ। ਤੇ ਗੁਰਤਾ ਤੈਨੂੰ ਦਵਾ ਦੇਵੇਗਾ। ਤੇਰੇ ਪਿਤਾ ਨੇ ਸੁਨੇਹਾ ਭੇਜਿਆ ਵੀ ਚੰਦੂ ਦਾ ਸਾਥ ਦੇ ਡਟ ਕੇ, ਇਸੇ ਤਰ੍ਹਾਂ ਬੜਾ ਆਨੰਦ ਤੈਨੂੰ ਪ੍ਰਾਪਤ ਹੋਵੇਗਾ। ਮਰਤ ਕਹਿਓ ਤੁਮ ਸੋ ਪਿਤਾ। ਹਾਂ, ਹੇ ਮਿਹਰਬਾਨ ਬਾਬਾ, ਤੁਹਾਨੂੰ ਤੁਹਾਡੇ ਪਿਤਾ ਪ੍ਰਿਥੀ ਚੰਦ ਨੇ ਮਰਦਿਆਂ ਹੋਇਆਂ ਇਹ ਸੁਨੇਹਾ ਭੇਜਿਆ ਸੀ। ਇਹ ਸੁਨਹੁ ਸੰਦੇਸ਼ਾ। ਇਹ ਸੰਦੇਸ਼ ਹੈ, ਆਗਿਆ ਹੈ ਤੁਹਾਡੇ ਪਿਤਾ ਦੀ, ਲੈ ਸੁਣ ਲੈਣਾ ਕਰੋ। ਸੁਣਿਓ ਪੁੱਤਰ ਅਰ ਪਾਰ ਜਾ। ਸੁਣ ਕੇ ਬਾਬਾ ਮਿਹਰਬਾਨ ਤੇ ਬੀਬੀ ਕਰਮੋ ਨੇ ਔਰ ਲਹਤ ਕਲੇਸ਼ਾ। ਇਹਦੇ ਵਿੱਚ ਬਹੁਤ ਕਲੇਸ਼ ਕੀਤਾ ਹੈ, ਦੁੱਖ ਮਾਣਿਆ ਹੈ। ਦੋਹਰਾ ਮਿਹਰਬਾਨ ਮਨ ਮਾਨ ਕੈ। ਤੋ ਫਿਰ ਪ੍ਰਿਥੀ ਚੰਦ ਦਾ ਜਿਹੜਾ ਸੁਨੇਹਾ ਸਿੱਖਾਂ ਨੇ ਸੁਣਾਇਆ ਨਾ, ਉਹ ਮੰਨ ਕੇ ਬਾਬਾ ਮਿਹਰਬਾਨ ਨੇ ਮਨ ਵਿੱਚ ਚੰਗੀ ਤਰ੍ਹਾਂ ਮਾਨ ਠਾਨ ਰਹਿ ਪਾਨ। ਕੁਝ ਦਿਨ ਤਾਂ ਘਰੇ ਹੀ ਰਹੇ ਬਾਬਾ ਮਾਨ ਜਿਹੜਾ ਵੈ ਮਿਹਰਬਾਨ, ਕੁਝ ਦਿਨ ਆਪਣੇ ਘਰ ਵਿੱਚ ਚੁੱਪ ਧਾਰ ਕੇ ਸੋਗ ਮਨਾਉਂਦਾ ਰਿਹਾ ਹੈ। ਕਰਹਿ ਪ੍ਰਤੀਖਣ ਗੁਰ ਬਨਾ। ਤੇ ਹੁਣ ਪਿਤਾ ਵਾਲੀ ਲੀਹ ਤੇ ਚੱਲ ਰਿਹਾ ਮਿਹਰਬਾਨ ਵੀ, ਤੇ ਪ੍ਰਤੀਖਣ ਕਰਦਾ, ਉਡੀਕ ਕਰਦਾ ਵੀ ਕਦੋਂ ਹੁਣ ਮੈਂ ਗੁਰੂ ਬਣ ਜਾਵਾਂਗਾ। ਹੋਏ ਕਾਰਨ ਹੈ ਕੌਣ। ਕਿਹੜਾ ਕਾਰਨ ਹੋਵੇਗਾ, ਭਾਵ ਵੀ ਕਿਹੜੀ ਮੈਂ ਸਕੀਮ, ਕਿਹੜਾ ਹੱਲਾ ਮਾਰਾਂ, ਕਿਹੜਾ ਉਦਮ ਕਰਾਂ, ਕਿਹਨੂੰ ਮਿਲਾਂ, ਜਿਹਦੇ ਨਾਲ ਹੁਣ ਮੈਂ ਆਪਦੇ ਪਿਤਾ ਤਾਂ ਨਹੀਂ ਬਣ ਸਕੇ ਮੇਰੇ ਗੁਰੂ, ਪਰ ਗੁਰੂ ਅਰਜਨ ਦੇਵ ਤੋਂ ਗੁਰਦਾ ਖੋਹ ਕੇ ਮੈਂ 5ਵਾਂ ਗੁਰੂ ਬਣ ਜਾਵਾਂਗਾ। ਇਹ ਮਿਹਰਬਾਨ ਜਿਹੜਾ ਹੈ, ਇਹ ਮਨ ਵਿੱਚ ਹੁਣ ਪਿਤਾ ਵਾਲੀ ਲੀਹ ਤੇ ਚੱਲਦਾ ਸੋਚ ਰਿਹਾ ਹੈ। ਦੋਹਰਾ ਸੰਮਤ ਸੂਰਹ ਸਤਹੁ ਤੇ। ਕਵੀ ਜੀ ਕਹਿੰਦੇ 1600 ਬਿਕਰਮੀ ਸੰਮਤ ਪੂਰਾ ਜਾਣੋ ਜੀ। ਉਪਰ ਪੰਜ ਮਿਲਾਏ। ਤੇ ਉੱਪਰ 5 ਮਿਲਾ ਕੇ, ਭਾਵ 1600 ਤੇ 5 ਬਿਕਰਮੀ ਸੰਮਤ। ਸਪਤਮ ਹੁਤੀ ਅਸਾਉਜ ਕੀ। ਤੇ ਅੱਸੂ ਦੀ 7 ਤਿਥੀ ਹੈ ਸੀ ਉਸ ਦਿਨ, 7 ਤਰੀਕ 7 ਅੱਸੂ ਤੇ 1605 ਬਿਕਰਮੀ ਸੰਮਤ ਹੈ ਸੀ। ਪ੍ਰਿਥਿਆ ਤਬ ਜਨਮਾਏ। ਜਦੋਂ ਗੋਇੰਦਵਾਲ ਦੀ ਧਰਤੀ ਤੇ ਪ੍ਰਿਥੀ ਚੰਦ ਦਾ ਜਨਮ ਹੋਇਆ ਸੀ। ਨਿਸ਼ਾਨੀ ਛੰਦ ਸੂਰਹ ਸਤ 63 ਬਿਖੈ। ਤੋ ਇਸੇ ਤਰ੍ਹਾਂ 1600 ਤੇ 63 ਬਿਕਰਮੀ ਸੰਮਤ ਵਿੱਚ ਮਾਧਵ ਕੋ ਮਾਸਾ। ਤੇ ਇਸੇ ਤਰ੍ਹਾਂ ਇਹ ਪ੍ਰਿਥੀ ਚੰਦ ਜਦੋਂ ਚੜ੍ਹਾਈ ਕੀਤਾ ਹੈ, 1600 ਬਿਕਰਮੀ ਸੰਮਤ ਹੈ ਸੀ, 1600 ਤੇ 63 ਇਸ ਦਿਨ ਜਿਹੜਾ ਹੈ ਇਹ ਪ੍ਰਿਥੀ ਚੰਦ ਜੋ ਹੇਰ ਦੀ ਥਾਂ ਧਰਤੀ ਤੇ ਵਿਸਾਖ ਦਾ ਮਹੀਨਾ ਸੀ ਤੇ ਚੜ੍ਹਾਈ ਕੀਤਾ ਹੈ। ਮ੍ਰਿਤਕ ਭਇਓ ਸੋ ਜਾਨੀਆ ਹੈ। ਹਾਂ, ਵਿਸਾਖ ਦੇ ਮਹੀਨੇ ਵਿੱਚ ਪ੍ਰਿਥੀਆ ਚੜ੍ਹਾਈ ਕੀਤਾ ਹੇਰ ਪਿੰਡ ਵਿੱਚ। ਤੇ 1600 ਕਵੀ ਜੀ ਲਿਖਦੇ ਆ 63 ਜਿਹੜਾ ਬਿਕਰਮੀ ਸੰਮਤ ਹੈ ਸੀ, ਪ੍ਰਿਥੀ ਚੰਦ ਇਸੇ ਤਰ੍ਹਾਂ ਚੜ੍ਹਾਈ ਕੀਤਾ ਹੈ। ਨਹਿ ਪੁਰਵੀ ਆਸਾ। ਤੇ ਜਾਣਨਾ ਕਰੋ ਇਹਦੀ ਇੱਕ ਵੀ ਆਸਾ ਜਿਹੜੀ ਗੁਰਤਾ ਲੈਣ ਖੋਹਣ ਦੀ ਸੀ ਤੇ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਦੀ ਸੀ, ਉਹ ਪੂਰੀ ਨਹੀਂ ਹੋਈ ਹੈ। ਸਾਰੀ ਉਮਰ ਲਾਣਤਾਂ ਤੇ ਦੁੱਖ ਹੀ ਖੱਟੇ ਹਨ। ਬੁਰਾ ਸੁਚਿਤਵਤ ਗੁਰੂ ਕੋ। ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਮਾੜਾ ਹੀ ਚਿਤਵਦਾ ਰਿਹਾ, ਭਾਵੇਂ ਵੱਡਾ ਭਾਈ ਹੈ ਸੀ। ਸਭ ਬੈਸ ਬਿਤਾਈ। ਤੇ ਐਡਾ ਅਨਮੋਲਕ ਜਨਮ ਜਿਹੜਾ ਹੀਰੇ ਵਰਗਾ ਪਾਤਸ਼ਾਹ ਮਹਾਰਾਜ ਦੇ ਘਰ ਨਾਲ ਤੇ ਹਜ਼ੂਰ ਨਾਲ ਈਰਖਾਂ ਕਰਦਿਆਂ ਹੀ ਬਤੀਤ ਕਰ ਦਿੱਤਾ। ਪਹਾੜ ਜਿੱਡੀ ਉਮਰ
ਇਹ ਮਹਾਦੇਵ ਨੇ ਜਿਹੜੀ ਹੈ ਸਾਰੀ, ਵਾਹਿਗੁਰੂ ਬਾਬਾ ਪ੍ਰਿਥੀ ਚੰਦ ਨੇ ਸਾਰੀ ਦੀ ਸਾਰੀ ਉਮਰ ਜਿਹੜੀ ਹੈ ਉਹ ਇਸੇ ਤਰ੍ਹਾਂ ਹੀ ਬਤੀਤ ਕਰ ਦਿੱਤੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਨਾਲ ਈਰਖਾ, ਝਗੜਾ ਤੇ ਕਲੇਸ਼ ਖੱਟਦਿਆਂ ਹੋਇਆਂ ਜਿਮ ਤਸ ਕਰ ਸਸ ਕੋ ਕਹੈ। ਕਹਿੰਦੇ ਇਹਦਾ ਹਾਲ ਉਹ ਸੀ ਜਿਵੇਂ ਜਿਹੜਾ ਕੋਈ ਚੋਰ ਹੁੰਦਾ ਹੈ ਤੇ ਚੰਦਰਮਾ ਨੂੰ ਕੋਸਦਾ ਰਹਿੰਦਾ ਵੀ ਕਾਹਨੂੰ ਚੜ੍ਹਦਾ ਹੈ, ਚੋਰੀ ਨਹੀਂ ਕਰਨ ਦਿੰਦਾ। ਜਰ ਕਿਉ ਨਹਿ ਜਾਈ। ਇਹ ਸੜ ਕੇ ਸੁਆਹ ਕਿਉਂ ਨਹੀਂ ਹੋ ਜਾਂਦਾ ਚੰਦਰਮਾ। ਜਿਮ ਉੱਲੂਕ ਕਹਿ ਸੂਰ ਕੋ। ਜਿਵੇਂ ਉੱਲੂ ਨੂੰ ਸੂਰਜ ਨਹੀਂ ਚੰਗਾ ਲੱਗਦਾ ਹੈ। ਕਿਮ ਉਦੀਅਤ ਨੀਤਾ। ਇਹ ਜਾਣਦਾ ਹੈ ਉੱਲੂ ਮਨ ਵਿੱਚ ਵੀ ਕਾਹਨੂੰ ਸੂਰਜ ਚੜ੍ਹਦਾ, ਰੋਜ਼ ਸਾਨੂੰ ਅੰਨਾ ਕਰ ਦਿੰਦਾ ਹੈ। ਕਿਉ ਨਾ ਹਿਮਾਲੇ ਮਹਿ ਗਰਹਿ। ਕਿਉਂ ਹਿਮਾਲਾ ਪਰਬਤ ਦੀ ਬਰਫ਼ ਵਿੱਚ ਡਿੱਗ ਕੇ ਗਲ ਕਿਉਂ ਨਹੀਂ ਜਾਂਦਾ ਹੈ। ਦੁਖ ਦੇ ਹਮ ਚੀਤਾ। ਸਾਡੇ ਚਿੱਤ ਨੂੰ ਸਦਾ ਇਹ ਸੂਰਜ ਦੁੱਖ ਦਿੰਦਾ ਰਹਿੰਦਾ ਹੈ। ਉੱਲੂ ਜਿਵੇਂ ਸੋਚਦੇ ਹੈ। ਜਥਾ ਜਵਾਸੋ ਪਾਵਸੈ। ਜਿਵੇਂ ਜਵਾਹਾਂ ਬਰਸਾਤ ਰੁੱਤ ਨੂੰ ਕੋਸਦਾ ਹੁੰਦਾ ਹੈ ਦੇ ਦੋਸ਼ ਵਡੇਰੇ। ਤੇ ਬਾਰਿਸ਼ ਨੂੰ, ਵਰਖਾ ਨੂੰ ਵੱਡੇ ਦੋਸ਼ ਦਿੰਦਾ ਹੈ। ਸਾਰਾ ਭਾਂਡਾ ਉਹਦੇ ਸਿਰ ਭੰਨ ਦਿੰਦਾ ਵੀ ਅਸੀਂ ਸੁੱਕ ਜਾਂਦੇ ਹਾਂ, ਕਿਉਂ ਬਾਰਿਸ਼ ਪੈਂਦੀ ਹੈ। ਬਿਨਾ ਚਾਹ ਕਿਉਂ ਬਰਸਤੋ। ਸਾਨੂੰ ਕੋਈ ਲੋੜ ਹੀ ਨਹੀਂ ਜਦੋਂ ਵਰਖਾ ਦੀ, ਤੇ ਕਿਉਂ ਵਰਖਾ ਹੁੰਦੀ ਹੈ। ਹਮ ਹਰਿਤ ਕਨੇਰੇ। ਅਸੀਂ ਵਰਖਾ ਤੋਂ ਬਿਨਾਂ ਹੀ ਹਰੇ ਹਾਂ, ਚੰਗੇ ਭਲੇ ਹੀ। ਬਾਟ ਪਾਰ ਜਿਮ ਪਾਤ ਕੀ। ਜਿਵੇਂ ਸਾਧ ਸੰਗਤ ਜੀ ਪਾਪੀ ਧਾੜਵੀ ਜਿਹੜਾ ਕੋ ਹੁੰਦਾ ਰਸਤੇ ਵਿੱਚ ਲੁੱਟ ਖੋਹ ਕਰਨ ਵਾਲਾ, ਨਿਜ ਘਾਤ ਤਕਾਵੈ। ਉਹ ਆਪਦੀ ਘਾਤ ਤਕਾਉਂਦਾ, ਮੌਕਾ ਵੇਖਦਾ ਲੁੱਟ ਮਾਰ ਕਰਨ ਦਾ। ਧਰਮਾਤਮ ਮਹਿ ਪਾਲਕੋ। ਪਰ ਜਿੱਥੇ ਚੰਗਾ ਰਾਜਾ ਬਹਿ ਜਾਵੇ ਤੇ ਲੁੱਟਾਂ ਹੋਣੋਂ ਬੰਦ ਹੋ ਜਾਂਦੀਆਂ। ਡਾਕੂ ਲੁਟੇਰੇ ਜਿਹੜੇ ਆ ਉਹ ਜਿਵੇਂ ਧਰਮਾਤਮਾ ਚੰਗੇ ਰਾਜੇ, ਪਵਿੱਤਰ ਬਿਰਤੀ ਵਾਲੇ ਧਰਮੀ ਰਾਜੇ ਨੂੰ ਕੋਸਦੇ ਹਨ। ਗਨ ਦੋਸ਼ ਬਤਾਵੈ। ਵੀ ਸਾਡੀਆਂ ਲੁੱਟਾਂ ਖੋਹਾਂ ਇਹਨੇ ਬੰਦ ਕਰਾਈਆਂ, ਇਹੋ ਜਿਹਾ ਰਾਜਾ ਮਰ ਕਿਉਂ ਨਹੀਂ ਜਾਂਦਾ ਹੈ। ਜਾਰ ਜਥਾ ਕੁਟਵਾਰ ਕੋ। ਕਹਿੰਦੇ ਜਿਵੇਂ ਕੋਈ ਬਦਮਾਸ਼ ਲੁਟੇਰਾ ਜਿਹੜਾ ਹੈ ਉਹ ਕੋਤਵਾਲ ਥਾਣੇਦਾਰ ਨੂੰ ਕੋਸਦਾ ਰਹਿੰਦਾ ਹੈ। ਨਿਤ ਚਹਿਤ ਬਿਨਾਸਾ। ਤੇ ਚਾਹੁੰਦਾ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਕੋਤਵਾਲ ਜਿਹੜਾ ਹੈ ਚੌਕੀਦਾਰ ਮਰ ਜਾਵੇ, ਸਾਡੀ ਰਾਖੀ ਕਰਦਾ ਹੈ। ਬਕ ਮਰਾਲ ਕੋ ਪਦ ਚਿਤ ਹੈ। ਜਿਵੇਂ ਬਗਲਾ ਉਹ ਹੰਸ ਦੀ ਪਦਵੀ ਚਾਹੁੰਦਾ ਹੈ, ਮਨ ਵਿੱਚ ਵੀ ਮੈਂ ਹੰਸ ਬਣ ਜਾਵਾਂਗਾ। ਕਿਮ ਪੁਰਵਹਿ ਆਸਾ। ਉਹਦੀ ਆਸ ਵੀ ਭਲਾ ਕਿਵੇਂ ਪੂਰੀ ਹੋਏਗੀ। ਹੰਸਾ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ। ਬਗਲਾ ਡੱਡੂ ਖਾਣੇ ਐ ਤੇ ਹੰਸਾ ਨੇ ਹੀਰੇ ਮੋਤੀ ਖਾਣੇ ਐ। ਪਰ ਬਗਲਾ ਰੀਸ ਕਰਨੀ ਚਾਹੁੰਦਾ ਹੈ ਹੰਸ ਦੀ, ਪਰ ਕਿਵੇਂ ਕਰੇ। ਕਵੀ ਜੀ ਕਹਿੰਦੇ ਸਾਰੇ ਪ੍ਰਮਾਣ ਹੈ ਭਾਈ ਵੀ ਦੋਸ਼ ਦੇਈ ਜਾਂਦੇ। ਜਿਵੇਂ ਚੋਰ ਚੰਦਰਮਾ ਨੂੰ, ਇਸੇ ਤਰ੍ਹਾਂ ਉੱਲੂ ਸੂਰਜ ਨੂੰ, ਜਵਾਹਾਂ ਬਰਸਾਤ ਨੂੰ, ਲੁਟੇਰੇ ਜਿਹੜੇ ਆ ਕੋਟਵਾਰ ਨੂੰ ਦੇਈ ਜਾਂਦੇ ਆ ਦੋਸ਼। ਬਗਲਾ ਜਿਹੜਾ ਉਹ ਹੰਸ ਨੂੰ ਦੋਸ਼ ਦੇਈ ਜਾਂਦਾ ਹੈ। ਤੇ ਇਸੇ ਤਰ੍ਹਾਂ ਜਿਹੜਾ ਪ੍ਰਿਥੀ ਚੰਦ ਹੈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਦਾ ਹੀ ਕੋਸਦਾ ਰਹਿੰਦਾ ਤੇ ਕੋਸਦਾ ਮਰਿਆ ਹੈ। ਜਿਵੇਂ ਬਿਰਹਨ ਕੋ ਚਾਂਦਨੀ। ਜਿਵੇਂ ਵਿਜੋਗ ਦੀ ਦੁਖੀ ਇਸਤਰੀ ਨੂੰ ਚਾਂਦਨੀ ਨਹੀਂ ਚੰਗੀ ਲੱਗਦੀ ਚੰਦਰਮਾ ਦੀ। ਦੀਰਘ ਦੁਖਦਾਈ। ਉਹਦੇ ਵਾਸਤੇ ਚਾਂਦਨੀ ਦੁੱਖ ਦੇਣ ਵਾਲੀ ਹੁੰਦੀ ਡਾਢਾ ਹੀ। ਤਥਾ ਅਨੁਜ ਕੀ ਕੀਰਤੀ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਜਿਹੜੀ ਵੱਡੀ ਮਹਿਮਾ ਵਡਿਆਈ ਹੈ, ਕਬਹੁ ਨ ਮਨ ਪਾਈ। ਇਹ ਮਰਨ ਵਾਲੇ ਪ੍ਰਿਥੀ ਚੰਦ ਨੂੰ ਮਨ ਵਿੱਚ ਕਦੇ ਵੀ ਚੰਗੀ ਨਹੀਂ ਲੱਗੀ ਵੈ। ਜਿਮ ਜੰਬੁਕ ਬਨ ਪਤ ਬਨਨਾ। ਜਿਵੇਂ ਕਹਿੰਦੇ ਕੋਈ ਗਿੱਦੜ ਹੋਵੇ ਤੇ ਇੱਕ ਗਿੱਦੜ ਜੰਗਲ ਦਾ ਰਾਜਾ ਬਣਨ ਦੀ ਸੋਚੇ ਨਿਤ ਜਤਨ ਕਰੰਤਾ। ਤੇ ਰੋਜ਼ ਯਤਨ ਕਰੇ, ਸ਼ੇਰ ਦੀ ਖਲ ਪਾ ਕੇ ਤੁਰਿਆ ਫਿਰੇ ਵੀ ਮੈਂ ਜੰਗਲ ਦਾ ਰਾਜਾ ਬਣਨਾ ਹੈ। ਕੇ ਹਰ ਕੋ ਕਾਢਨ ਚਾਹੈ। ਤੇ ਜੰਗਲ ਦੇ ਵਿੱਚੋਂ ਸ਼ੇਰ ਨੂੰ ਬਾਹਰ ਕੱਢਣਾ ਚਾਹੁੰਦਾ ਹੋਵੇ, ਉਹਦਾ ਸਿੰਘਾਸਣ ਲੈਣ ਵਾਸਤੇ ਸ਼ੇਰ, ਰਾਜ ਭਾਗ ਲੈਣ ਵਾਸਤੇ ਗਿੱਦੜ ਸ਼ੇਰ ਨੂੰ ਬਾਹਰ ਕੱਢਣ ਨੂੰ ਸੋਚਦਾ ਹੋਵੇ। ਕਿਮ ਇੱਛ ਪੁਰੰਤਾ। ਪਰ ਗਿੱਦੜ ਤੋਂ ਸ਼ੇਰ ਕਿੱਥੇ ਨਿਕਲਿਆ ਕਦੇ ਜੰਗਲਾਂ ਦੇ ਵਿੱਚੋਂ। ਕਹਿੰਦੇ ਇਹ ਗਿੱਦੜ ਵਰਗਾ ਪ੍ਰਿਥੀਆ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ਼ੇਰ ਵਰਗੇ ਹੈ ਤੇ ਸਿੱਖ ਸੰਗਤ ਸਾਰਾ ਜੰਗਲ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਸਿੱਖਾਂ ਦੇ ਦਿਲਾਂ ਦੇ ਰਾਜੇ ਹਨ। ਪ੍ਰਿਥੀ ਚੰਦ ਗਿੱਦੜ ਵਰਗਾ ਹੈ ਸੀ। ਗਾਦੀ ਸੀਤਾ ਲੈਣ ਕੋ। ਇਹ ਪਵਿੱਤਰ ਗੁਰਤਾ ਗੱਦੀ ਜਿਹੜੀ ਹੈ ਉਹ ਲੈਣ ਵਾਸਤੇ ਰਾਵਣ ਸਮ ਹੋਵਾ। ਪ੍ਰਿਥੀ ਚੰਦ ਭਾਵੇਂ ਦੁਸ਼ਟ ਰਾਵਣ ਵਾਂਗੂ ਬਣਿਆ ਫਿਰਿਆ, ਹੰਕਾਰੀ ਹੋ ਕੇ ਬੜੇ ਯਤਨ ਕਰਦਾ, ਜਿਵੇਂ ਰਾਵਣ ਸੀਤਾ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ ਰਿਹਾ,
ਪ੍ਰਿਥੀ ਚੰਦ ਸਾਰੀ ਉਮਰ ਗੁਰਤਾ ਲੈਣ ਦੇ ਯਤਨ ਕਰਦਾ ਰਿਹਾ ਹੈ। ਅਭਿਲਾਖਤ ਹੀ ਪਚ ਗਇਓ। ਪਰ ਗੱਦੀ ਚਿਤਵਦਾ ਗੁਰਤਾ ਲੈਂਦਾ ਲੈਂਦਾ ਪਾਪੜ ਵੇਲਦਾ ਪਾਪ ਕਰਦਾ ਕਰਦਾ ਮਰ ਗਿਆ ਹੈ। ਨਹਿ ਸੋ ਸੁਖ ਜੋਵਾ। ਪਰ ਗੁਰਤਾ ਗੱਦੀ ਦਾ ਸੁਖ ਇਹਨੇ ਕਦੇ ਨਹੀਂ ਜਾਣਿਆ ਵੇਖਿਆ ਹੈ। ਕੰਸ ਕ੍ਰਿਸ਼ਨ ਕੇ ਹਤਨ ਹਿਤ। ਜਿਵੇਂ ਪਾਪੀ ਕੰਸ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਛਲ ਰਚੇ ਕਨੇਰੇ। ਜਿਨਨੇ ਬੜੇ ਛਾਲ ਬੜੇ ਧੋਖੇ ਬੜੇ ਜਾਲ ਬੁਣੇ ਸੀ ਦੈਂਤਾਂ ਕਾਲੀ ਨਾਗ ਵਰਗਿਆਂ ਨੂੰ ਭੇਜਿਆ ਸੀ। ਮਾਰਤ ਆਪਹਿ ਮਰ ਗਇਓ। ਪਰ ਉਹ ਜਿਵੇਂ ਕੰਸ ਜਿਹੜਾ ਉਹ ਕ੍ਰਿਸ਼ਨ ਨੂੰ ਮਾਰਦਾ ਇੱਕ ਦਿਨ ਆਪ ਹੀ ਮਰ ਗਿਆ। ਤਿਮ ਪ੍ਰਿਥੀਆ ਹੇਰੇ। ਇਸੇ ਤਰ੍ਹਾਂ ਪ੍ਰਿਥੀ ਚੰਦ ਜਾਣੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਨੁਕਸਾਨ ਕਰਦਾ ਸ਼ਹੀਦ ਕਰਵਾਉਂਦਾ ਅੱਜ ਵੇਖ ਲੋ ਸੂਲ ਦੇ ਨਾਲ ਆਪ ਹੀ ਚੜ੍ਹਾਈ ਕਰਕੇ ਮਰ ਮੁੱਕ ਗਿਆ ਹੈ। ਸਸਾ ਕਹੈ ਮੈਂ ਸ਼ੇਰ ਹਾਂ। ਇਹ ਪ੍ਰਿਥੀ ਚੰਦ ਦੀ ਉਹ ਹਾਲਤ ਸੀ, ਆਪਦੀ ਛਾਤੀ ਥਾਪੜ ਕਹਿੰਦਾ ਸੀ ਮੈਂ ਗੁਰੂ ਹਾਂ। ਜਿਵੇਂ ਸਹਿਆ ਕਹੇ ਵੀ ਜੰਗਲ ਵਾਲੇ ਜਾਨਵਰਾਂ ਨੂੰ ਵੀ ਅੱਜ ਤੋਂ ਬਾਅਦ ਮੈਂ ਹੀ ਸ਼ੇਰ ਹਾਂ, ਮੇਰਾ ਨਾਮ ਹੀ ਸ਼ੇਰ ਹੈ। ਗਰਭਤ ਵਿੱਚ ਪਾਈ। ਤੇ ਦੂਜੇ ਜਾਨਵਰਾਂ ਦੇ ਵਿੱਚ ਹੰਕਾਰਿਆ ਫੁੱਲਿਆ ਫਿਰੇ ਵੀ ਮੈਂ ਸ਼ੇਰ ਹਾਂ, ਕਹਿਣ ਦੇ ਨਾਲ ਸ਼ੇਰ ਬਣ ਜਾਵੇ। ਜਬ ਆਵੈ ਗਜ ਸਮੁਖ ਤਿਸ। ਤੇ ਜਦੋਂ ਕਿਤੇ ਵੱਡਾ ਹਾਥੀ ਇਸ ਸਹੇ ਦੇ ਸਾਹਮਣੇ ਆ ਜਾਵੇ ਤਬ ਕੌਣ ਹਟਾਈ। ਤੇ ਦੱਸੋ ਉਦੋਂ ਫਿਰ ਹਾਥੀ ਨੂੰ ਕੌਣ ਹਟਾਵੇ। ਹੁਣ ਸਹਿਆ ਕਿੱਥੋਂ ਹਟਾਵੇ ਜੇ ਸ਼ੇਰ ਹੋਵੇ ਤੇ ਉਹਦਾ ਮੁਕਾਬਲਾ ਕਰੇ। ਗੁਰੂ ਬਣਿਓ ਮੈਂ ਨਿਤ ਕਹੈ। ਇਸੇ ਤਰ੍ਹਾਂ ਕਵੀ ਜੀ ਕਹਿੰਦੇ ਪ੍ਰਿਥੀ ਚੰਦ ਰੋਜ਼ ਕਹਿੰਦਾ ਸੀ ਵੀ ਮੈਂ ਗੁਰੂ ਹਾਂ, ਆਪਦੇ ਨਾਮ ਅੱਗੇ ਵੀ ਗੁਰੂ ਰਖਵਾਉਂਦਾ। ਤੇ ਇਹ ਕੋਠੇ ਪਿੰਡ ਨੂੰ ਵੀ ਗੁਰੂ ਕਾ ਕੋਠਾ ਇਹਨੇ ਨਾਂ ਰੱਖਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ 5ਵੇਂ ਵਾਰਸ ਪ੍ਰਿਥੀ ਚੰਦ ਦਾ ਇੱਥੇ ਡੇਰਾ, ਇਹ ਗੁਰੂ ਕਾ ਕੋਠਾ ਹੈ। ਇਹਦਾ ਨਾਂ ਗੁਰੂ ਕਾ ਕੋਠਾ ਰਖਵਾਇਆ। ਆਪਦੇ ਮੂੰਹੋਂ ਬੋਲ ਕੇ ਗੁਰੂ ਬਣਦਾ ਰਿਹਾ ਸੀ। ਜਬ ਜਮ ਦੇ ਪੀਰਾ। ਪਰ ਜਦੋਂ ਸਿੱਖਾਂ ਨੂੰ ਜਮ ਪੀੜ ਦਿੰਦਾ ਆ ਕੇ ਸਿੱਖਾਂ ਨੂੰ ਜਮ ਘੇਰਾ ਪਾਉਂਦਾ ਹੈ। ਸਿੱਖਨ ਗਨ ਅਰ ਆਪ ਕੋ। ਉਦੋਂ ਸਾਰਿਆਂ ਸਿੱਖਾਂ ਦਾ ਤੇ ਆਪਦੇ ਆਪ ਦਾ ਜਮ ਦੇ ਪਾਸੋਂ ਤਾਰਹਿ ਕੋ ਤੀਰਾ। ਇਹ ਗੁਰੂ ਹੋਵੇ ਤੇ ਰੱਖਿਆ ਨਾ ਕਰੇ। ਜੇ ਗੁਰੂ ਕਹਾਉਂਦਾ ਆਪਦੇ ਆਪ ਨੂੰ ਤੇ ਜਦੋਂ ਜਮ ਦੇ ਵਸ ਕੋਈ ਸਿੱਖ ਪੈਂਦਾ ਉਦੋਂ ਸਹਾਇਤਾ ਕਿਹਨੇ ਕਰਨੀ ਹੈ। ਉਦੋਂ ਫਿਰ ਇਹ ਜਿਹੜਾ ਪ੍ਰਿਥੀ ਚੰਦ ਕਿਵੇਂ ਵਿਖਾਵੇ ਆਪਦੀ ਕਰਾਮਾਤ, ਕਿਉਂਕਿ ਇਹ ਤਾਂ ਵਿਚਾਰਾ ਆਪ ਜਮਾਂ ਦੇ ਵਸ ਪੈ ਕੇ ਮਰਿਆ ਹੈ। ਮਿਹਰਬਾਨ ਪ੍ਰਸਥਾਨ ਕੋ। ਇਧਰ ਸਾਧ ਸੰਗਤ ਜੀ, ਜਦੋਂ ਪਿਤਾ ਦਾ ਸੁਨੇਹਾ ਮਿਲਿਆ ਵੀ ਚੰਦੂ ਕੋਲ ਜਾਣਾ ਤੂੰ ਗੁਰਤਾ ਲੈਣੀ ਹੈ, ਤੇ ਜਿਹੜਾ ਮਿਹਰਬਾਨ ਹੈ ਨਾ ਇਹਨੇ ਵੀ ਕਮਰ ਕੱਸਾ ਕਰ ਲਿਆ ਤੇ ਲਾਹੌਰ ਚੰਦੂ ਨੂੰ ਮਿਲਣ ਦੀ ਤਿਆਰੀ ਕੀਤੀ ਹੈ। ਚਾਹੈ ਬਹੁ ਤੇਰਾ। ਬਹੁਤਾ ਚਾਹੁੰਦਾ ਵੀ ਹੁਣ ਮੈਂ ਛੇਤੀ ਚੰਦੂ ਨੂੰ ਮਿਲ ਕੇ ਪਿਤਾ ਦਾ ਸੁਪਨਾ ਜਿਹੜਾ ਵਾ ਖੁਆਬ ਪੂਰਾ ਕਰਾਂਗਾ, ਗੁਰਤਾ ਪ੍ਰਾਪਤ ਕਰਾਂਗਾ। ਗੁਰੂ ਅਰਜਨ ਦੇਵ ਆਪਣੇ ਚਾਚੇ ਨੂੰ ਜਿਹੜਾ ਵਾ ਉਹ ਤੁਰਕਾਂ ਦੇ ਹੱਥੋਂ ਸ਼ਹੀਦ ਕਰਵਾਵਾਂਗਾ। ਜਨਨੀ ਜਾਨ ਨਾ ਦੇਤ ਹੈ। ਪਰ ਕਰਮੋਂ ਨੂੰ ਗਿਆਨ ਹੋ ਗਿਆ ਇਸ ਗੱਲ ਦਾ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਕੋਈ ਸਧਾਰਨ ਨਹੀਂ। ਤੇ ਇਹ ਕਰਮੋਂ ਬੀਬੀ ਡਰਦੀ ਹੋਈ, ਕਿਉਂਕਿ ਕੋਈ ਇੱਕ ਪੁੱਤ ਹੈ ਘਰ ਵਿੱਚ, ਪਤੀ ਮਰ ਚੁੱਕਾ ਹੈ, ਤੇ ਬੀਬੀ ਕਰਮੋਂ ਮਨ ਵਿੱਚ ਡਰਦੀ ਹੋਈ ਏ ਮਿਹਰਬਾਨ ਨੂੰ ਜਾਣ ਨਹੀਂ ਦਿੰਦੀ ਹੈ। ਕਰਨਿਹੋ ਕਨੇਰਾ। ਬਹੁਤਾ ਪ੍ਰੇਮ ਕਰਦੀ ਲਾਡ ਮੋਹ ਦੇ ਸਦਕਾ ਕਹਿੰਦੀ ਮੈਂ ਨਹੀਂ ਜਾਣ ਦੇਵਾਂਗੀ। ਹੇ ਸੁਤ ਤੂੰ ਅਬ ਆਸਰਾ। ਏ ਮੇਰੇ ਪੁੱਤਰ ਮਿਹਰਬਾਨ, ਮੇਰਾ ਬੁੱਢੇ ਵਾਰੇ ਇੱਕੋ ਇੱਕ ਤੂੰ ਹੀ ਆਸਰਾ ਹੈ। ਸਿੱਖ ਸੰਗਤ ਕੇਰਾ। ਤੇ ਸਾਰੀ ਸੰਗਤ ਨੂੰ ਵੀ ਤੇਰੇ ਤੇ ਭਰੋਸਾ, ਆਪਣੇ ਨਾਲ ਜੁੜੀ ਹੋਈ ਸਾਰੀ ਸੰਗਤ ਵਾਸਤੇ ਤੂੰ ਹੀ ਆਸਰਾ ਰੂਪ ਹੈ। ਮੈਂ ਆਨੰਦ ਤੇ ਰਹਿਤ ਹਾਂ। ਮੈਂ ਤਾਂ ਇੱਥੇ ਵਧੀਆ ਤੂੰ ਜਿਉਣਾ ਜਿੰਨਾ ਚਿਰ ਤੇ ਮੈਂ ਆਨੰਦ ਸਹਿਤ ਵਧੀਆ ਰਹਿਨੀ ਆ। ਮੈਂ ਖੁਸ਼ ਹਾਂ ਜਿੰਨੀ ਮਿਲਦੀ ਖਾ ਕਰਕੇ। ਵੇਖ ਕਰ ਮੁਖ ਤੇਰਾ। ਤੇਰਾ ਮੂੰਹ ਵੇਖ ਵੇਖ ਪੁੱਤਰ ਤੇਰੀ ਮਾਤਾ ਸਦਾ ਖੁਸ਼ ਤੇ ਆਨੰਦ ਰਹਿੰਦੀ ਹੈ। ਤੋਹੇ ਪਿਤਾਮਾ ਜਗ ਗੁਰੂ। ਜਾਣ ਮਿਹਰਬਾਨ ਪੁੱਤਰ, ਜਿਹੜੇ ਤੇਰੇ ਦਾਦਾ ਸੀ ਧੰਨ ਗੁਰੂ ਰਾਮਦਾਸ ਜੀ, ਉਹ ਸਾਰੇ ਸੰਸਾਰ ਦੇ ਮਹਾਨ ਗੁਰੂ ਹੋਏ ਐ। ਅਜ਼ਮਤ ਧਰ ਭਾਰੀ। ਜਿਨ੍ਹਾਂ ਨੇ ਬੜੀ ਭਾਰੀ ਅਜਮਤ ਸ਼ਕਤੀ ਕਰਾਮਾਤ ਰੱਖੀ ਸੀ ਸਮੋਹ ਕਰਕੇ। ਨਰ ਨਿਹਾਲ ਕਰ ਸੈਂਕੜੇ। ਉਹਨਾਂ ਦੇ ਦਰਸ਼ਨ ਕਰ ਕਰਕੇ ਹਜ਼ਾਰਾਂ ਲੱਖਾਂ ਪ੍ਰਾਣੀਆਂ ਦਾ ਉਧਾਰ ਹੋਇਆ। ਬੜਿਆਂ ਨੂੰ ਉਹਨਾਂ ਨੇ ਨਿਹਾਲ ਕੀਤਾ ਸੀ। ਦੁਰਮਤ ਉਰਟਾਰੀ। ਤੇ ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰ ਲੈਂਦਾ ਸੀ ਧੰਨ ਗੁਰੂ ਰਾਮਦਾਸ ਸਾਹਿਬ ਤੇਰੇ ਦਾਦਾ ਜੀ ਦੇ,
ਉਹਨਾਂ ਦੇ ਮਨ ਵਿੱਚ ਦੁਰਮਤ ਨਹੀਂ ਸੀ ਰਹਿੰਦੀ। ਉਹ ਖੋਟੀ ਮਤ ਤਿਆਗ ਕੇ ਤੇ ਸੁਚੱਜੇ ਸਿੱਖ ਬਣ ਜਾਂਦੇ ਸਨ। ਬਖਸ਼ਤ ਨਵ ਨਿਧ ਸਿੱਧ ਕੋ, ਉਹ ਆਪਦੇ ਸਿੱਖਾਂ ਨੂੰ ਨਿਧੀਆਂ ਸਿੱਧੀਆਂ ਬਖਸ਼ਦੇ ਰਹਿੰਦੇ ਸੀ। ਬਿਖ ਕੈ ਨਿਜ ਸੇਵਾ, ਜਿਹੜਾ ਵੀ ਉਹਨਾਂ ਦੀ ਸੇਵਾ ਕਰਦਾ, ਉਹ ਸੇਵਾ ਕਰਨ ਵਾਲੇ ਸਿੱਖਾਂ ਨੂੰ ਨਿਧੀਆਂ ਸਿੱਧੀਆਂ ਬਖਸ਼ਦੇ ਸੀਗੇ। ਐਡੇ ਦਿਆਲੂ ਕਿਰਪਾਲੂ ਸਨ। ਪੂਜਨੀ ਸਭ ਕੇ ਪਏ, ਇਸ ਕਰਕੇ ਕੀ ਹਿੰਦੂ ਪੁੱਤਰ ਕੀ ਮੁਸਲਮਾਨ ਸਿੱਖ ਸਾਰੇ ਜਗਤ ਦੇ ਹੀ ਉਹ ਪੂਜਨੀਕ ਹੋਏ ਸਨ। ਸ਼੍ਰੀ ਜਗ ਸ਼੍ਰੀ ਗੁਰਦੇਵਾ, ਉਹ ਸੰਸਾਰ ਦੇ ਸੁਭਾਏ ਮਾਨ ਸ਼੍ਰੋਮਣੀ ਪ੍ਰਕਾਸ਼ ਸਰੂਪ ਗੁਰੂਦੇਵ ਗੁਰੂ ਰਾਮਦਾਸ ਜੀ ਤੇਰੇ ਦਾਦਾ ਹੋਏ ਹਨ। ਤੋਹੇ ਪਿਤਾ ਸੇਵੇ ਨਹੀਂ, ਪਰ ਤੈਨੂੰ ਗੱਲ ਦੱਸਾਂ, ਤੇਰੇ ਪਿਤਾ ਪ੍ਰਿਥੀ ਚੰਦ ਨੇ ਕਦੇ ਵੀ ਤੇਰੇ ਦਾਦੇ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਨਹੀਂ ਕੀਤੀ ਸੀ ਹੋਏ ਨਾ ਅਨੁਸਾਰੀ, ਤੇ ਉਹਨਾਂ ਦੇ ਕਹਿਣੇ 'ਚ ਨਹੀਂ ਕਦੇ ਤੇਰਾ ਪਿਤਾ ਰਹਿਆ। ਕਦੇ ਵੀ ਤੇਰੇ ਪਿਤਾ ਨੇ ਤੇਰੇ ਦਾਦਾ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਨੂੰ ਸਾਰਾ ਜਗ ਝੁਕਦਾ ਸੀ, ਪੁੱਤਰ ਮਿਹਰਬਾਨ, ਉਹਨਾਂ ਦਾ ਕਦੇ ਬਚਨ ਨਹੀਂ ਮੰਨਿਆ, ਕਦੇ ਸੇਵਾ ਨਹੀਂ ਕੀਤੀ ਹੈ ਸੀ। ਸਮਤਾ ਕੋ ਕਰ ਤੋ ਰਹਿਓ, ਉਲਟਾ ਉਹਨਾਂ ਦੇ ਹੁੰਦਿਆਂ ਹੀ ਗੁਰੂ ਬਣਦਾ ਸੀ। ਗੁਰੂ ਰਾਮਦਾਸ ਮਹਾਰਾਜ ਤੇਰੇ ਦਾਦੇ ਦੀ ਬਰਾਬਰੀ ਕਰਦਾ ਰਹਿਆ ਸੀ। ਕਟ ਗਿਰਾ ਉਚਾਰੀ, ਤੇ ਜੇ ਇਹਨੂੰ ਕੋਈ ਸਮਝਾਉਂਦੇ ਸਨ ਤੇ ਉਲਟਾ ਉਹਨਾਂ ਨੂੰ ਮਾੜਾ ਬੋਲਦਾ ਸੀ। ਉਹ ਤੋਂ ਭੱਦੀ ਸ਼ਬਦਾਵਲੀ ਵਰਤਦਾ ਸੀ, ਭੈੜੇ ਬੋਲ ਬੋਲਦਾ ਰਹਿਆ ਸੀ। ਕਹਿਓ ਨ ਮੰਨ ਹੈ ਕੁਛੂ ਕਬ, ਉਹਨਾਂ ਬੜੀ ਵਾਰੀ ਸਮਝਾਇਆ, ਬੜੀ ਵਾਰੀ ਬਚਨ ਕੀਤੇ, ਪਰਖਿਆ ਇਹਨੂੰ, ਪਰ ਇਹ ਤੇਰੇ ਪਿਤਾ ਪ੍ਰਿਥੀ ਚੰਦ ਨੇ ਕਦੇ ਤੇਰੇ ਦਾਦੇ ਗੁਰੂ ਰਾਮਦਾਸ ਸਾਹਿਬ ਦਾ ਕਹਿਣਾ ਨਹੀਂ ਮੰਨਿਆ। ਜਾਣ ਹੈ ਪਿਤ ਮੇਰਾ, ਇਹ ਤਾਂ ਸਿਰਫ ਇਹ ਜਾਣਦਾ ਸੀ ਆਮ ਲੋਕਾਂ ਵਾਂਗੂ ਵੀ ਗੁਰੂ ਰਾਮਦਾਸ ਤਾਂ ਕਿਹੜੀ ਗੱਲ ਹੈ, ਮੇਰੇ ਪਿਤਾ ਹੀ ਹੈ। ਉਹਨਾਂ ਨੂੰ ਪਰਮੇਸ਼ਰ ਨਹੀਂ ਜਾਣਿਆ ਕਦੇ। ਪ੍ਰਭੂ ਨ ਜਾਣਿਓ ਅਦਬ ਕਰ, ਕਦੇ ਸਤਕਾਰ ਨਹੀਂ ਕੀਤਾ, ਕਦੇ ਪਿਤਾ ਤੋਂ ਵੱਧ ਨਹੀਂ ਜਾਣਿਆ, ਪਰਮੇਸ਼ਰ ਨਹੀਂ ਜਾਣਿਆ ਸੀ। ਲਰ ਤੋ ਬਹੁ ਬੇਰਾ, ਤੇ ਬੜੀ ਵਾਰ ਝਗੜਾ ਕੀਤਾ ਗੁਰੂ ਰਾਮਦਾਸ ਸਾਹਿਬ ਨਾਲ। ਤੇਰੇ ਪਿਤਾ ਜੀ ਨੇ ਬੜੀ ਵਾਰ ਆਡੇ ਲਾਏ, ਬੜੀ ਵਾਰ ਝਗੜਾ ਕੀਤਾ, ਕਲੇਸ਼ ਪਾਇਆ ਸੀ। ਸਾਸ ਰਹੀ ਸਮਝਾਵਤੀ, ਤੇ ਮੈਂ ਜਿਹੜੀ ਮੇਰੀ ਸੱਸ ਭਾਵ ਤੇਰੀ ਦਾਦੀ ਬੀਬੀ ਭਾਨੀ ਸੀ ਨਾ ਪੁੱਤਰ ਮਿਹਰਬਾਨ, ਉਹ ਤੇਰੇ ਪਿਤਾ ਨੂੰ ਵੱਡੇ ਹੋਣ ਕਰਕੇ ਨਾ ਬਹੁਤ ਸਮਝਾਉਂਦੀ ਹੁੰਦੀ ਸੀ। ਜੇ ਚਾਹੇ ਗੁਰ ਗਾਦੀ, ਤੋ ਮਾਤਾ ਭਾਨੀ ਜੀ ਕਹਿੰਦੇ ਸੀ, ਪੁੱਤਰ ਪ੍ਰਿਥੀ ਚੰਦ ਤੂੰ ਵੱਡਾ ਹੈ, ਜੇ ਆਪਣੇ ਗੁਰੂ ਰਾਮਦਾਸ ਪਿਤਾ ਤੋਂ ਗੁਰਤਾ ਗੱਦੀ ਚਾਹੁੰਦਾ ਹੈ, ਸਮਤਾ ਕਰਹ ਨ ਪਿਤਾ ਕੀ, ਤੇ ਆਪਦੇ ਪਿਤਾ ਦੀ ਬਰਾਬਰੀ ਕਰਨੀ ਛੱਡ ਦੇ, ਝੁਕ ਕੇ ਸੇਵਾ ਕਰਿਆ ਕਰ, ਬਚਨ ਮੰਨਿਆ ਕਰ, ਨਹਿ ਹੂਜਹਿ ਬਾਦੀ, ਤੇ ਨਾ ਉਹਨਾਂ ਦੇ ਨਾਲ ਝਗੜਾ ਕਰਿਆ ਕਰ, ਨਾ ਉਹਨਾਂ ਦੇ ਨਾਲ ਬਹਿਸਬਾਜ਼ੀ ਕਰਿਆ ਕਰ, ਨਾਹੇ ਤਲਹਿ ਦਾਸ ਕੋ, ਤੇ ਨਹੀਂ ਤਾਂ ਹੇ ਪੁੱਤਰ ਪ੍ਰਿਥੀ ਚੰਦ ਇੱਕ ਦਿਨ ਇਹ ਹੋਵੇਗਾ ਤੇਰੀ ਥਾਵੇਂ ਕਿਸੇ ਸਿੱਖ ਸੇਵਕ ਨੇ ਗੁਰਤਾ ਲੈ ਲੈਣੀ ਸੇਵਾ ਕਰ ਕਰਕੇ, ਛੂਛੇ ਰਹਿ ਜਾਵੋ, ਤੇ ਤੂੰ ਖਾਲੀ ਬੈਠਾ ਰਹਿ ਜਾਵੇਂਗਾ ਹੰਕਾਰ ਦਾ ਮਾਰਿਆ। ਸੇਵਾ ਕੇ ਬਸ ਹੋਤ ਹੈ, ਕਿਉਂਕਿ ਤੂੰ ਤਾਂ ਜਾਣਦਾ ਹੀ ਹੈ ਗੁਰੂ ਰਾਮਦਾਸ ਮਹਾਰਾਜ ਤਾਂ ਸਦਾ ਸੇਵਾ ਦੇ ਵਸ ਹਨ। ਤੁਮ ਸੇਵਕ ਮਾਵਾ, ਤੇ ਜੇ ਗੁਰਤਾ ਲੈਣੀ ਤੇ ਪੁੱਤਰ ਗੁਰੂ ਰਾਮਦਾਸ ਸਾਹਿਬ ਦੀ ਸੇਵਾ ਕਮਾਇਆ ਕਰ। ਏਕ ਨ ਮਾਨੀ ਕਿਸੈ ਕੀ, ਪਰ ਪੁੱਤਰ ਮਿਹਰਬਾਨ ਨੇ ਮੇਰੀ ਸੱਸ ਭਾਵ ਤੇਰੀ ਦਾਦੀ ਧੰਨ ਮਾਤਾ ਭਾਨੀ ਜੀਆਂ ਦੀ ਵੀ ਇੱਕ ਨਹੀਂ ਸੀ ਮੰਨੀ, ਉਹਨਾਂ ਦਾ ਬਚਨ ਵੀ ਨਹੀਂ ਮੰਨਦਾ ਸੀ, ਉਲਟਾ ਉਹਨਾਂ ਦੇ ਨਾਲ ਵੀ ਝਗੜਾ ਕਰਦਾ ਰਹਿਆ। ਨਿਜ ਹਿਤ ਨਹਿ ਜਾਨਾ, ਤੇ ਆਪ ਦਾ ਭਲਾ ਨਹੀਂ ਜਾਣਿਆ ਵੀ ਮੈਨੂੰ ਮੇਰੀ ਮਾਤਾ ਇਸ ਕਰਕੇ ਸਮਝਾਉਂਦੀ ਹੈ, ਭਲਾ ਲੋਚਦੀ ਹੈ, ਉਲਟਾ ਮਾਤਾ ਭਾਨੀ ਦੇ ਨਾਲ ਵੀ ਇਹਨਾਂ ਨੇ ਬੜਾ ਝਗੜਾ ਕੀਤਾ ਸੀ। ਲੱਖ ਵਿਸਾਲ ਬੁੱਧ ਆਪਣੀ, ਤੇ ਆਪਦੇ ਆਪ ਨੂੰ ਇਹ ਸਾਰਿਆਂ ਤੋਂ ਸਿਆਣਾ ਜਾਣਦਾ ਸੀ ਵੀ ਸਭ ਕੁਝ ਮੈਨੂੰ ਹੀ ਪਤਾ, ਨਾ ਪਿਤਾ ਤੇ ਨਾ ਭਰਾ ਨਾ ਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦੇ ਸਨ। ਉਰਮੇ ਗਰਬਾਨਾ, ਤੇ ਹਿਰਦੇ ਵਿੱਚ ਸਦਾ ਹੰਕਾਰੇ ਰਹਿੰਦੇ ਸੀ। ਅਰਜਨ ਆਏ ਸਮਾਨ ਕਰ, ਇਧਰ ਜਿਹੜੇ ਗੁਰੂ ਅਰਜਨ ਦੇ ਪਾਤਸ਼ਾਹ ਗੁਰਤਾ ਤੇ ਬੈਠੇ ਆ ਨਾ, ਇਹ ਸਦਾ ਗੁਰੂ ਰਾਮਦਾਸ ਸਾਹਿਬ ਦੀ ਆਗਿਆ ਮੰਨਦੇ ਸੀ। ਸਾਧ ਸੰਗਤ ਜੀ, ਇਸ ਤੋਂ ਪਤਾ ਲੱਗਦਾ ਵੀ ਬੀਬੀ ਕਰਮੋ ਈਰਖਾਵਸ ਹੋ ਕਰਕੇ ਤੋ ਗੁਰੂ ਅਰਜਨ ਦੇਵ ਮਹਾਰਾਜ ਤੇ ਮਾਤਾ ਗੰਗਾ ਗੁਰੂ ਹਰਗੋਬਿੰਦ ਸਾਹਿਬ ਨਾਲ ਵੈਰ ਕਰਦੀ ਰਹੀ, ਪਰ ਇਹਦਾ ਮਤਲਬ ਇਹ ਨਹੀਂ ਸੀ ਵੀ ਇਹਨੂੰ ਕੁਝ ਪਤਾ ਹੀ ਨਹੀਂ ਸੀ ਗੁਰੂ ਅਰਜਨ ਦੇ ਪਾਤਸ਼ਾਹ ਕੌਣ ਹੈ। ਹੁਣ ਮੰਨਦੀ ਪਈ ਆ, ਜਦੋਂ ਸਾਰਾ ਘਰ ਜਿਹੜਾ ਵਾ ਉਹ ਬਹਿ ਗਿਆ ਹੈ, ਪੁੱਤਰ ਨੂੰ ਬਚਾਉਣ ਵਾਸਤੇ ਸਮਝਾਉਂਦੀ, ਪੁੱਤਰ ਜਿਹੜੇ ਗੁਰੂ ਅਰਜਨ ਦੇ ਪਾਤਸ਼ਾਹ ਹੁਣ ਗੁਰਤਾ ਤੇ ਬੈਠੇ ਆ ਨਾ, ਤੇਰੇ ਪਿਤਾ ਦੇ ਛੋਟੇ ਭਰਾ ਲੱਗਦੇ ਆ, ਇਹ
ਜਿਹੜੇ ਵੈ ਸਦਾ ਗੁਰੂ ਰਾਮਦਾਸ ਮਹਾਰਾਜ ਦੇ ਕਹਿਣੇ ਵਿੱਚ ਰਹਿੰਦੇ ਸਨ। ਲਵ ਪੂਰੀ ਸਿਧਾਵਾ। ਜਦੋਂ ਸੰਘਾਰੀ ਮੱਲ ਇਹਦਾ ਤੇਰੇ ਪਿਤਾ ਦਾ ਤਾਇਆ ਆਇਆ ਨਾ ਲਾਹੌਰ ਵਾਲਾ ਸੋਢੀਆਂ ਚੋਂ, ਉਹ ਪੁੱਤਰ ਦੇ ਵਿਆਹ ਵਾਸਤੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਨਾ ਮਹਾਂਦੇਵ ਨੇ ਬਚਨ ਮੰਨੇ ਸੀ ਤੇ ਨਾ ਤੇਰੇ ਪਿਤਾ ਪ੍ਰਿਥੀ ਚੰਦ ਨੇ। ਉਹ ਬਚਨ ਮੰਨੇ ਸੀ ਇਸ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਜਿਨ੍ਹਾਂ ਨੂੰ ਗੁਰਤਾ ਮਿਲੀ ਹੈ। ਇਸ ਹੀ ਤੇ ਸੁਪ੍ਰਸੰਨ ਹੋਵੇ। 2.5 ਸਾਲ ਲਾਹੌਰ ਲਾ ਕੇ ਆਏ ਸੀ ਉਦੋਂ, ਤੇ ਤੇਰੇ ਪਿਤਾ ਇਸੇ ਚੱਕਰ 'ਚ ਰਹਿ ਗਏ ਸੀ ਵੀ ਇੱਥੇ ਜੇ ਮੈਂ ਇੱਥੋਂ ਚਲਾ ਗਿਆ ਤੇ ਗੁਰਤਾ ਹੋਰ ਨੂੰ ਨਾ ਮਿਲ ਜਾਵੇ, ਮਨ 'ਚ ਖੋਟ ਰੱਖ ਕੇ ਇੱਥੇ ਰਹਿੰਦੇ ਰਹੇ। ਤੇ ਇਧਰ ਬਚਨ ਮੰਨ ਕੇ ਗੁਰੂ ਅਰਜਨ ਦੇਵ ਜੀ 2.5 ਸਾਲ ਲਾਹੌਰ ਲਾ ਕੇ ਆਏ, ਇਸੇ ਹੀ ਨਿਮਰਤਾ ਤੋਂ ਤੇ ਇਸੇ ਹੀ ਸੇਵਾ ਤੋਂ ਤੇ ਹੁਕਮ ਅੱਗੇ ਸੀਸ ਝੁਕਾਉਣ ਤੋਂ ਗੁਰੂ ਰਾਮਦਾਸ ਜੀ ਖੁਸ਼ ਹੋ ਗਏ ਸੀ। ਤਿਨ ਕੇ ਮਨ ਭਾਵਾ। ਤੇ ਇਹ ਸਾਰਿਆਂ ਤੋਂ ਛੋਟੇ ਗੁਰੂ ਅਰਜਨ ਦੇਵ ਆਪਦੇ ਪੁੱਤਰ ਉਹਨਾਂ ਨੂੰ ਮਨ ਵਿੱਚ ਭਾ ਗਏ, ਚੰਗੇ ਲੱਗ ਗਏ, ਗੁਰਤਾ ਵਾਸਤੇ ਯੋਗ ਲੱਗੇ। ਗੁਰਤਾ ਗਾਦੀ ਪਰ ਥਿਰਿਓ। ਜਿਸ ਤੋਂ ਬਾਅਦ ਗੁਰਤਾ ਗੱਦੀ ਦਿੱਤੀ ਉਹਨਾਂ ਨੇ ਤੇ ਗੁਰਤਾ ਗੱਦੀ ਦੇ ਉੱਪਰ ਗੁਰੂ ਅਰਜਨ ਦੇਵ ਜੀ ਸੁਭਾਏਮਾਨ ਹੋ ਗਏ। ਅਜਮਤ ਕੋ ਪਾਏ। ਤੇ ਗੁਰਤਾ ਗੱਦੀ ਸਮੇਤ ਪਿਤਾ ਗੁਰੂ ਰਾਮਦਾਸ ਤੋਂ ਇਹਨਾਂ ਨੇ ਸ਼ਕਤੀਆਂ, ਅਜਮਤ, ਕਰਾਮਾਤਾਂ ਵੀ ਪ੍ਰਾਪਤ ਕਰ ਲਈਆਂ। ਦੇਖ ਨਿਕਟ ਤੇਰੇ ਹਤਿਓ। ਹੁਣ ਵੇਖ ਤੂੰ ਵੀ ਤਿਆਰੀ ਕਰਦਾ ਲਾਹੌਰ ਜਾਣ ਦੀ, ਗੁਰੂ ਅਰਜਨ ਦੇਵ ਸਾਹਿਬ ਤੇ ਚੜ੍ਹਾਈ ਕਰਨ ਨੂੰ। ਤੈਨੂੰ ਮੱਤ ਨਹੀਂ ਆਈ ਪੁੱਤਰ ਅਜੇ, ਤੇਰੇ ਸਾਹਮਣੇ ਆਪਣੇ ਭੱਠੇ ਵਿੱਚ ਡਿੱਗ ਕਰਕੇ ਸੁਲਹੀ ਮਰ ਕੇ ਸੜ ਕੇ ਮਰਿਆ ਹੈ। ਸੁਲਹੀ ਤਸ ਜਾਏ। ਸਾਹਮਣੇ ਚੜ ਕੇ ਆਇਆ ਹੋਇਆ ਸੁਲਹੀ ਤੇ ਆਪਣੀ ਪਿੰਡ ਵਿੱਚ, ਆਪਣੀ ਭੱਠੇ ਦੇ ਵਿੱਚ ਆਵੇ ਵਿੱਚ ਗਰਕ ਕੇ ਮਰ ਗਿਆ ਸੀ। ਸੁਲੱਭੀ ਗਮਨਿਓ ਪਕਰਨੇ। ਫਿਰ ਸੁਲੱਭੀ ਚੜਾ ਕੇ ਭੇਜਿਆ ਤੇਰੇ ਪਿਤਾ ਤੇ ਚੰਦੂ ਨੇ। ਉਹ ਜਦੋਂ ਇਧਰੋਂ ਤੁਰਿਆ ਅੰਮ੍ਰਿਤਸਰ ਵੱਲ ਨੂੰ ਪਕੜਨ ਵਾਸਤੇ, ਮਗ ਵਿਖੈ ਸੰਘਾਰਾ। ਤੇ ਰਸਤੇ ਵਿੱਚ ਉਹਦੀ ਫੌਜ ਨੇ ਉਹਦਾ ਗਲ ਵੱਢ ਸੁੱਟਿਆ ਸੀ। ਤੋਹੇ ਪਿਤਾ ਅਸਗਤ ਭਈ। ਫਿਰ ਤੇਰਾ ਪਿਤਾਬ ਚੜ ਕੇ ਗਿਆ ਪੁੱਤਰ, ਤੇ ਤੇਰੇ ਪਿਤਾ ਪ੍ਰਿਥੀ ਚੰਦ ਦੀ ਵੀ ਆਹ ਹਾਲਤ ਹੋਈ ਹੈ। ਕੁਛ ਚੱਲਿਓ ਨਾ ਚਾਰਾ। ਕੋਈ ਚਾਰਾ ਨਹੀਂ ਚੱਲਿਆ ਉਹਨਾਂ ਦਾ ਵੀ। ਗੁਰੂ ਸਾਹਿਬ ਗੁਰੂ ਅਰਜਨ ਦੇਵ ਤੇ ਘਰ ਆਪਣੇ ਗੁਜਰਾਨ ਬਹਾ। ਇਸ ਲਈ ਮੈਂ ਮੱਤ ਦਿੰਦੀ ਹਾਂ, ਆਪਣੇ ਘਰ ਵਿੱਚ ਕਿਹੜੀ ਚੀਜ਼ ਦੀ ਕਮੀ ਪੁੱਤਰ, ਸਾਰਾ ਕੁਝ ਵਾਧੂ ਹੈ, ਗੁਜ਼ਾਰਾ ਸੋਹਣਾ ਹੁੰਦਾ ਹੈ। ਸਿੱਖ ਸੇਵਕ ਆਵੈ। ਬਥੇਰੀ ਸਿੱਖ ਸੰਗਤ ਆਪਣੇ ਪਾਸ ਆਉਂਦੀ ਹੈ ਦਰਸ਼ਨਾਂ ਵਾਸਤੇ। ਬੈਠੇ ਕਰੋ ਆਨੰਦ ਕੋ। ਤੇ ਜਿੱਦ ਛੱਡ ਕੇ ਪੁੱਤਰ ਆਨੰਦ ਸਹਿਤ ਰਹੋ, ਇੱਥੇ ਬਹਿ ਕੇ ਛਕੀ ਛਕਾਈ ਜਾਓ ਤੇ ਵਾਧਾ ਨਾ ਕਰੋ ਹੁਣ ਪਿਤਾ ਵਾਂਗਰਾਂ। ਸੁਖ ਲਿਹੋ ਮਨ ਭਾਵੈ। ਇੱਥੇ ਵਧੀਆ ਬੈਠੇ ਹੋਏ ਆ, ਮਨ ਭਾਉਂਦੇ ਸੁਖ ਪ੍ਰਾਪਤ ਕਰੀ ਜਾਓ। ਕਰਾਮਾਤ ਕੋ ਜੋਰ ਤਿਹ। ਤੇ ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਦੀ ਕਰਾਮਾਤ ਦਾ ਬੜਾ ਜ਼ੋਰ, ਕਿਉਂਕਿ ਉਹਨਾਂ ਦੇ ਕੋਲ ਗੁਰਤਾ ਹੈ ਪੁੱਤਰ, ਉਹਨਾਂ ਦੇ ਵਿੱਚ ਕਰਾਮਾਤ ਸ਼ਕਤੀਆਂ ਦਾ ਬੜਾ ਬਲ ਹੈ। ਨਰ ਕਿਤੇ ਸੰਘਾਰੇ। ਵੱਡੇ ਵੱਡੇ ਸੂਰਬੀਰ ਚੜ ਕੇ ਆਏ, ਉਹਨਾਂ ਨੇ ਕਿੰਨੇ ਹੀ ਸੰਘਾਰ ਦਿੱਤੇ, ਸੁਲੱਭੀ ਸੁਲਹੀ ਵਰਗੇ। ਨਹਿ ਗਮਨੋ ਕਰ ਬੈਰ ਕੋ। ਨਾ ਵੈਰ ਕਰ ਉਹਨਾਂ ਦੇ ਨਾਲ, ਨਾ ਹੁਣ ਲਾਹੌਰ ਜਾ ਚੜ ਕਰਕੇ ਤੂੰ ਜੀਵਨ ਚਿਤ ਤਾਰੇ। ਆਪਦਾ ਜਿਉਂਦਾ ਰਹਿਣਾ ਤਾਂ ਚਿੱਤ ਵਿੱਚ ਮੇਰੀ ਗੱਲ ਧਾਰ ਲੈ। ਤੂੰ ਜਿਉਂਦਾ ਲੋੜ ਨਾ ਮੌਤ ਨੂੰ ਜਿਹੜਾ ਆਵਾਜ਼ਾਂ ਮਾਰ। ਜਿਨ ਮਾਰਿਓ ਨਿਜ ਭਰਾਤ ਕੋ। ਵੇਖ ਜਿਨ੍ਹਾਂ ਨੇ ਆਪਦੇ ਭਰਾ ਪ੍ਰਿਥੀ ਚੰਦ ਨੂੰ ਮਾਰ ਦਿੱਤਾ ਹੈ। ਲਖ ਛਤਰ ਮਹਾਨਾ। ਉਹ ਜਾਣ ਲੈ ਵੀ ਤੇਰੇ ਮਹਾਨ ਜਿਹੜੇ ਛਤਰ ਦੁਸ਼ਮਣ ਹੈ, ਜਾਂ ਛਤਰ ਸਮਾਨਾ ਦੁਸ਼ਮਣ ਸਮਾਨ ਜਾਣ ਕੇ ਤੇਰੇ ਪਿਤਾ ਪ੍ਰਿਥੀ ਚੰਦ ਨੂੰ, ਜਿਹੜੇ ਗੁਰੂ ਅਰਜਨ ਦੇਵ ਸਾਹਿਬ ਨੇ ਸ਼ਕਤੀ ਬਲ ਨਾਲ ਮਾਰ ਦਿੱਤਾ ਹੈ। ਕਹਾਂ ਭਤੀਜੇ ਸੋ ਕਰ ਹੈ। ਉਹ ਭਤੀਜੇ ਨਾਲ ਕੀ ਕਰਨਗੇ? ਭਾਵੇਂ ਸਾਧ ਸੰਗਤ ਜੀ ਪ੍ਰਿਥੀ ਚੰਦ ਆਪਦੇ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਪਾਪੀ ਸਾਧ ਸੰਗਤ ਜੀ ਆਪਦੇ ਪਾਪ 'ਚ ਡੁੱਬ ਕੇ ਮਰਦਾ ਹੈ। ਤੋ ਸਤਿਗੁਰਾਂ ਦੀ ਇਹੋ ਜੀ ਕੋਈ ਮਨਸ਼ਾ ਨਹੀਂ ਸੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੇ ਇਹੋ ਜਿਹਾ ਕਰਨ ਵਾਲੇ ਹੁੰਦੇ ਤੇ ਸਾਧ ਸੰਗਤ ਜਦੋਂ ਤੱਤੀ ਤਵੀ ਤੇ ਬੈਠੇ ਪਾਤਸ਼ਾਹ ਨੇ ਉਦੋਂ ਕਿਉਂ ਨਾ ਕਰਾਮਾਤ ਵਿਖਾਈ। ਚੰਦੂ ਵਰਗੇ ਕਿਤੇ ਜਹਾਂਗੀਰ ਵਰਗੇ ਖੜਨ ਵਾਲੇ ਸੀ ਹਜ਼ੂਰ ਦੇ ਅੱਗੇ, ਜਿਹੜੇ ਨੇਤਰ ਦੀ ਦ੍ਰਿਸ਼ਟੀ ਨਾਲ ਤਰਲੋਕੀ ਗਾਲ ਸਕਦੇ ਆ। ਤੋ ਪਾਤਸ਼ਾਹ ਇਹ ਤਾਂ ਹੋਣੀ ਸੀ ਪ੍ਰਿਥੀ ਚੰਦ ਦੀ। ਪਾਪ ਕਰ ਕਰਕੇ ਜਦੋਂ ਸਾਧ ਸੰਗਤ ਦੀ ਬੇੜੀ ਡੁੱਬਦੀ ਹੈ ਨਾ, ਤੇ ਸਾਨੂੰ ਜਾਪਦਾ ਵੀ ਪਾਣੀ ਪੈਂਦਾ ਡੁੱਬਦੀ ਕਿਉਂ ਨਹੀਂ, ਪਰ ਡੁੱਬਣ ਤੋਂ ਪਹਿਲਾਂ ਭਰਦੀ ਹੁੰਦੀ ਹੈ। ਜਦੋਂ ਭਰਦੀ ਹੈ ਫੇਰ ਡੁੱਬਦੀ ਹੈ। ਇਹ ਬੇੜੀ ਭਰ ਗਈ ਸੀ ਪ੍ਰਿਥੀਏ ਦੀ ਤੇ ਹੁਣ ਡੁੱਬ ਗਈ ਹੈ ਇਸੇ ਤਰ੍ਹਾਂ। ਤੋ ਦੂਜੇ ਵੀ ਦੋਵੇਂ ਹੰਕਾਰ ਦੇ ਸਹਿਤ ਹੀ ਮਾਰੇ ਗਏ ਹੈ। ਧੰਨ ਗੁਰੂ ਅਰਜਨ ਦੇ ਪਾਤਸ਼ਾਹ
ਦੀਨ ਦਿਆਲ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਪਰਮੇਸ਼ਰ ਦਾ ਸਦਾ ਭਾਣਾ ਮੰਨਣ ਵਾਲੇ ਹੈ, ਪਰ ਕਰਮੋਂ ਦੀ ਜਿਹੋ ਜੀ ਮੱਤ ਹੈ ਭਾਈ, ਇਹ ਕਹਿੰਦੀ ਪੁੱਤਰ ਜਿੰਨਾ ਭਰਾ ਨਹੀਂ ਛੱਡਿਆ ਤੇ ਭਤੀਜੇ ਨਾਲ ਕੀ ਗੁਜ਼ਾਰਨਗੇ। ਔਰ ਪਿਆਰ ਮਹਾਨਾ ਹਾਂ ਤੂੰ ਜਾਣਨਾ ਕਰ ਮੇਰੇ ਹਿਰਦੇ ਵਿੱਚ ਤੇਰਾ ਬੜਾ ਪਿਆਰ ਹੈ। ਬਹੁ ਫਲ ਪਾਇਆ ਬੈਰ ਤੇ ਬੜਾ ਫਲ ਪਾਲਿਆ ਹੁਣ ਤੱਕ ਆਪਾਂ, ਬੜਾ ਭੁਗਤ ਲਿਆ ਵੈਰ ਕਰ ਕਰਕੇ। ਅਬ ਟਿਕੋ ਅਵਾਸਾ ਤੇ ਹੁਣ ਨਾ ਕਰੋ ਇਸ ਤਰ੍ਹਾਂ ਪੁੱਤਰ ਮਿਹਰਬਾਨ, ਤੁਸੀਂ ਘਰ ਵਿੱਚ ਹੀ ਟਿਕੇ ਰਹੋ। ਪ੍ਰਥਮ ਮੈਂ ਕਾਢੇ ਨਗਰ ਤੇ ਵੇਖਿਆ ਨਾ ਪਹਿਲਾਂ ਵੀ ਆਪਾਂ ਨੂੰ ਨਗਰ ਵਿੱਚੋਂ ਅੰਮ੍ਰਿਤਸਰੋਂ ਕੱਢਿਆ ਹੋਇਆ ਹੈ। ਤਹਮਤ ਦੇ ਤਰਾਸਾ ਸਿੱਖ ਸੰਗਤ ਸਾਰੀ ਗੁਰੂ ਅਰਜਨ ਦੇਵ ਸਾਹਿਬ ਦੇ ਨਾਲ ਹੈ, ਆਪਣੇ ਵੈਰ ਪੈ ਜਾਣਾ ਸਾਰਿਆਂ ਨੇ। ਪਹਿਲਾਂ ਵੀ ਆਪਾਂ ਨੇ ਤੇ ਤੋਹਮਤਾਂ ਲਾ ਕਰਕੇ ਤੇ ਇਸ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਕੱਢ ਦਿੱਤਾ ਸੀ। ਇਤਿਆਦਿਕ ਮਾਤਾ ਕਹਿਓ ਤੋ ਸਾਧ ਸੰਗਤ ਜੀ ਇਸ ਤੋਂ ਬਾਅਦ ਹੋਰ ਬੜੇ ਬਚਨ ਜਿਹੜੇ ਆ ਸਮਝਾਉਣ ਖਾਤਰ ਇਸ ਬੀਬੀ ਕਰਮੋ ਨੇ ਆਪਣੇ ਪੁੱਤਰ ਨੂੰ ਸਮਝਾਏ ਆ। ਨੀਕੇ ਸਮਝਾਵਾ ਬੜੇ ਪਿਆਰ ਦੇ ਨਾਲ ਤੇ ਡਰਾ ਕੇ ਸਾਰੀਆਂ ਗੱਲਾਂ ਪਿਛਲੀ ਸਚਾਈ ਦੱਸ ਕੇ ਵੀ ਗੁਰਤਾ ਤੇ ਐਵੇਂ ਨਹੀਂ ਬੈਠੇ, ਗੁਰੂ ਰਾਮਦਾਸ ਸਾਹਿਬ ਦੇ ਬਿਠਾਏ ਹੋਏ ਆ, ਸਾਰਾ ਪੁੱਤ ਨੂੰ ਸਮਝਾਇਆ ਹੈ। ਮਿਹਰਬਾਨ ਡਰ ਪਿਓ ਤਬ ਹੈ ਇਹ ਸੁਣ ਕੇ ਸਾਧ ਸੰਗਤ ਜੀ ਮਿਹਰਬਾਨ ਭੈ ਸਹਿਤ ਹੋ ਗਿਆ, ਡਰ ਗਿਆ ਮਨ ਦੇ ਅੰਦਰ। ਤਬ ਹੈ ਘਰ ਬੈਠ ਰਹਾਵਾ ਤੇ ਫੇਰ ਨਹੀਂ ਗਿਆ ਇਹ ਲਾਹੌਰ ਨੂੰ, ਇਹ ਚੁੱਪ ਕਰਕੇ ਘਰ ਵਿੱਚ ਬੈਠ ਗਿਆ ਹੈ। ਨਹੀਂ ਜਾਣ ਕੀ ਮਤ ਕਰੀ ਇਹਨੇ ਹਿੰਮਤ ਨਹੀਂ ਕੀਤੀ ਜਾਣ ਦੀ, ਜਾਣ ਵਾਲੀ ਮਤ ਤਿਆਗ ਦਿੱਤੀ ਹੈ। ਕਿਸ ਹੀ ਇਸ ਥਾਨੇ ਤੇ ਇਹ ਕਿਤੇ ਵੀ ਨਹੀਂ ਗਿਆ, ਲਾਹੌਰ ਕੀ ਜਾਣਾ ਸੀ, ਆਪਦੇ ਉੱਥੇ ਨਗਰ ਵਿੱਚ ਹੀ ਰਹਿੰਦਾ ਰਿਹਾ। ਫਿਰ ਮਿਹਰਬਾਨ ਨਹੀਂ ਕਿਸੇ ਪਾਸੇ ਚੜ ਕੇ ਗਿਆ, ਨਾ ਇਹਨੇ ਗੁਰੂ ਘਰ ਦੇ ਨਾਲ ਕੋਈ ਇਹੋ ਜਿਹਾ ਵੈਰ ਲੈਣ ਦੀ ਵੀ ਮੈਂ ਬਦਲਾ ਲਵਾਂ ਜਾਂ ਹੋਰ ਕੋਈ ਗੁਰਤਾ ਹਾਸਲ ਕਰਾਂ, ਇੰਨਾ ਉਦਮ ਨਹੀਂ ਕੀਤਾ। ਬਾਅਦ ਵਿੱਚ ਰਹਿਓ ਗ੍ਰਾਮ ਕੋਠੇ ਵਿਖੈ ਤੇ ਗੁਰੂ ਕੇ ਕੋਠੇ ਨਗਰ ਦੇ ਵਿੱਚ ਹੀ ਇਹ ਟਿਕ ਕੇ ਜਿਹੜਾ ਵਾ ਇਹ ਮਿਹਰਬਾਨ ਆਪਣਾ ਗੁਜ਼ਾਰਾ ਕਰਦਾ ਰਹਿਆ। ਤਿੰਨ ਕੇ ਸਿੱਖ ਮਾਨੇ ਤੇ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਸੀ, ਇਹਨਾਂ ਨੂੰ ਪ੍ਰਿਥੀ ਚੰਦ ਕਿਆਂ ਨੂੰ, ਉਹ ਉਵੇਂ ਨਿਤਾ ਪ੍ਰਤੀ ਆਈ ਜਾਂਦੇ ਹੈ, ਪੂਜਾ ਪ੍ਰਤਿਸ਼ਠਾ ਹੋਈ ਜਾਂਦੀ ਹੈ। ਤੋ ਜਿੰਨੀ ਕੁ ਸਿੱਖੀ ਸੇਵਕੀ ਹੈ ਬਾਬਾ ਮਿਹਰਬਾਨ ਜੀ ਦੀ, ਉਨੀ ਕੁ ਸਿੱਖੀ ਸੇਵਕੀ ਦੇ ਨਾਲ ਇੱਥੇ ਲੰਗਰ ਚੱਲ ਰਿਹਾ ਹੈ ਤੇ ਛੋਟਾ ਜਿਹਾ ਸਥਾਨ ਬਣਿਆ ਹੋਇਆ ਸੀ, ਤੋ ਸੰਗਤਾਂ ਆਈ ਜਾਂਦੀਆਂ ਤੇ ਇਸੇ ਤਰ੍ਹਾਂ ਇਹ ਪੂਜਾ ਦੇ ਧਨ ਦੇ ਨਾਲ ਗੁਜ਼ਾਰਾ ਕਰ ਰਹੇ ਹੈ। ਤੋ ਜਿੰਨਾ ਮਤ ਹੈ ਜਿੰਨੀ ਕੁ, ਕਿਉਂਕਿ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਦੇ ਪੋਤਰੇ ਨਾ, ਜਿੰਨੀ ਕੁ ਪਾਤਸ਼ਾਹ ਪਰਮੇਸ਼ਰ ਨੇ ਮਤ ਦਿੱਤੀ ਉਹ ਜਿਹਾ ਉਪਦੇਸ਼ ਦੇਈ ਜਾਂਦੇ ਰਹੇ। ਇਹ ਸਾਧ ਸੰਗਤ ਜੀ ਫਿਰ ਇਸੇ ਤਰ੍ਹਾਂ ਇੱਥੇ ਹੀ ਬਹੁਤਾ ਸਮਾਂ ਬਾਬਾ ਮਿਹਰਬਾਨ ਜੀ ਰਹੇ ਸਨ। ਇਹ ਗੁਰੂ ਕੇ ਕੋਠੇ ਵਿੱਚ ਦੱਸਦੇ ਹੁਣ ਵੀ ਇਹਨਾਂ ਦੀ ਭਗਤੇ ਭਾਈ ਕੇ ਕੋਲ ਹੈ, ਅੰਸ ਬੰਸ ਵਸਦੀ ਹੈ ਇਹ ਪ੍ਰਿਥੀ ਚੰਦ ਮਿਹਰਬਾਨ ਕੀ ਅੱਗੇ ਦੀ ਅੱਗੇ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀਨਾ ਬੰਧੂ ਪਾਤਸ਼ਾਹ ਜੀਆਂ ਦਾ ਮਨ ਦਾ ਖਾਲਸਾ ਜੀ ਕਦੇ ਐਸਾ ਪੁਰਨਾ ਨਹੀਂ ਹੋਇਆ। ਪਾਤਸ਼ਾਹ ਤਾਂ ਕੈਸੇ ਹੈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਇਹੋ ਜਿਹੇ ਦੀਨ ਦਿਆਲ ਪਾਤਸ਼ਾਹ ਸੱਚੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਇਤਿਹਾਸ ਹਿਰਦੇ ਵਿੱਚ ਵਸੇ। ਫਿਰ ਸਾਧ ਸੰਗਤ ਜੀ ਚੰਦੂ ਨੂੰ ਖਬਰ ਮਿਲੀ, ਬੜਾ ਦੁਖੀ ਹੋਇਆ ਵੀ ਪ੍ਰਿਥੀ ਚੰਦ ਵੀ ਚੜ੍ਹਾਈ ਕਰ ਗਿਆ। ਮਿਹਰਬਾਨ ਨੂੰ ਡੀਕਦਾ ਰਿਹਾ ਪਰ ਇਹ ਪਹੁੰਚਿਆ ਨਾ। ਇਸ ਤਰ੍ਹਾਂ ਸਤ ਸੰਗਤ ਜੀ ਫਿਰ ਜਿਵੇਂ ਇਹ ਚੰਦੂ ਫਿਰ ਹੋਰ ਕੋਈ ਪ੍ਰਾਪੇ ਗੰਡਾ ਕਰਦਾ ਰਿਹਾ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਲਾਹੌਰ ਸੱਦਣ ਦੇ ਉਹ ਪ੍ਰਸੰਗ ਅੱਗੇ ਆਉਣਗੇ। ਜਿਵੇਂ ਆਉਂਦੇ ਆਪਾਂ ਸੁਣ ਕਰਕੇ ਨਦਰੋਂ ਨਦਰ ਨਿਹਾਈਏ। ਇੱਥੇ ਸਮਾਪਤੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਨਹੀਂ ਜਾਣ ਕੀ ਮਤ ਕਰੀ ਕਿਸ ਹੀ ਇਸ ਥਾਨੇ, ਰਹਿਓ ਗ੍ਰਾਮ ਕੋਠੇ ਵਿਖੈ ਤਿਨ ਕੇ ਸਿੱਖ ਮਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।